ਅਕਾਲੀ ਨੇਤਾ ਇੰਦਰ ਸੇਖੜੀ ਨੇ ਜੜ ਤੇ ਕੋਕੀ ਜੇਕਰ ਕਿਤੇ ਅਸ਼ਵਨੀ ਸੇਖੜੀ ਅਕਾਲੀ ਦਲ ਜੁਆਇਨ ਕਰ ਹੀ ਜਾਂਦਾ ਆ ਜਾਂਦਾ ਅਕਾਲੀ ਦਲ ਦੇ ਵਿੱਚ ਤਾਂ ਇੰਦਰ ਸੇਖੜੀ ਫਿਰ ਕੀ ਕਰਦਾ। ਅਕਾਲੀ ਨੇਤਾ ਨੇ ਅਸ਼ਵਨੀ ਸੇਖੜੀ ਦੇ ਫਰੋਲੇ ਪੋਤੜੇ ਵਿਖਾਇਆ ਸ਼ੀਸ਼ਾ ਪਾਤੇ ਮੋਸ਼ੇ ਤੇ ਉਡਾਤੇ ਤੋਤੇ। ਇਹਨੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਵਜਨ ਵਧਾਉਣ ਵਾਸਤੇ ਇਹ ਸਾਰਾ ਡਰਾਮਾ ਰਚ ਰਿਹਾ। ਅਕਾਲੀ ਨੇਤਾ ਇੰਦਰ ਸੇਖੜੀ ਨੇ ਕਿਉਂ ਐਲਾਨਿਆ ਅਸ਼ਵਨੀ ਸੇਖੜੀ ਨੂੰ ਬੇਈਮਾਨ ਤੇ ਤਾਲਿਬਾਨੀ ਸੋਚ ਵਾਲਾ ਨੇਤਾ। ਕਿ ਤਾਲਿਬਾਨੀ ਸੋਚ ਤੇ ਇਧਰਲੇ ਪਾਸੇ ਹੈ। ਇੰਦਰ ਸੇਖੜੀ ਦਾ ਵੱਡਾ ਆਰੋਪ ਅਸ਼ਵਨੀ ਸੇਖੜੀ ਖੇਡ ਗਿਆ ਅਕਾਲੀਆਂ ਦੇ ਨਾਲ ਖਤਰਨਾਕ ਰਾਜਨੀਤਿਕ ਖੇਡ। ਲੋਕਾਂ ਦੇ ਵਿੱਚ ਇੰਨੀ ਇਹਦੀ ਪਪੂਲੈਰਿਟੀ ਹੈ ਜਾਂ ਸੋ ਕਾਲਡ ਆਪਣਾ ਕਲੇਮ ਕਰਦਾ ਕਿ ਮੈਂ ਸ਼ਹਿਰ ਦਾ ਨੁਮਾਇੰਦਾ ਜਾਂ ਮੈਨੂੰ ਸ਼ਹਿਰ ਦੀ ਵੋਟ ਸਾਰੀ ਪੈ ਜਾਣੀ ਹੈ, ਇਹ ਹੋ ਜਾਣਾ ਉਹ ਹੋ ਜਾਣਾ, ਤੇ ਫਿਰ ਇਹਨੂੰ ਲੋੜ ਕੀ ਪਾਰਟੀਆਂ ਕੋਲ ਜਾਣ ਦੀ, ਇਕੱਲਾ ਹੀ ਲੜ ਲਵੇ। ਕਾਂਗਰਸ ਨਹੀਂ ਫੜਾ ਰਹੀ ਪੱਲਾ, ਕਿਤੇ ਅੱਗਾ ਦੌੜ ਤੇ ਪਿੱਛਾ ਚੌੜ ਨਾ ਹੋ ਜੇ ਨੇਤਾ ਜੀ। ਅਸ਼ਵਨੀ ਸੇਖੜੀ ਕਾਂਗਰਸ ਕਮੇਟੀ ਦੇ ਸੈਕਟਰੀ ਤੋਂ ਪ੍ਰਮੋਟ ਹੋਣੇ ਚਾਹੀਦੇ, ਪ੍ਰਮੋਟ ਕਿਉਂ ਨਹੀਂ ਹੋ ਪਾਏ ਤੇ ਸੈਕਟਰੀ ਵੀ ਨਹੀਂ ਰਹੇ, ਮੈਂਬਰ ਬਣ ਕੇ ਰਹੇ। ਨਹੀਂ, ਇਹ ਤੇ ਆਦਮੀ ਦੇ ਆਪਣੇ ਕਰਮ ਨੇ, ਚੰਗੇ ਕਰਮ ਕਰੋਗੇ ਤੇ ਕਿਰਪਾ ਹੋ। ਮੇਰੀ ਪਾਰਟੀ ਦੇ ਹਾਈ ਕਮਾਂਡ ਨੇ ਬਿਲਕੁਲ ਕਲੀਅਰ ਕਿਹਾ ਸੀ ਕਿ ਜੁਆਇਨਿੰਗ ਸਿੰਪਲ ਜੁਆਇਨਿੰਗ ਹੋਣੀ ਹੈ, ਨਾ ਅਸੀਂ ਉਹਨੂੰ ਕੋਈ ਟਿਕਟ ਦੀ ਅਸ਼ੋਰੈਂਸ ਦੇ ਰਹੇ ਹਾਂ। चाहे फाइनेंशियल पार्ट देख लो, चाहे अदरवाइज देख लो, चाहे लस्ट फॉर पावर देख लो, कोई चीज़ ਦੇ ਵਿੱਚ ਕੋਈ ਇਮਾਨਦਾਰੀ ਨਾਲ ਚੀਜ਼ ਰਹਿ ਹੀ ਨਹੀਂ ਗਈ ਕਿਤੇ, ਤੇ ਫਿਰ ਗੱਲ ਕਰੀ ਰਹਿਣੀ। ਜਿਸ ਬੰਦੇ ਵਾਸਤੇ ਪੈਸਾ ਹੀ ਸਭ ਕੁਝ ਹੋ ਜਾਏ ਜਾਂ ਪਾਵਰ ਹੀ ਸਭ ਕੁਝ ਹੋ ਜਾਵੇ ਤੇ ਉਹਦੀ ਐਕਸੈਪਟੇਬਿਲਿਟੀ ਲੋਕਾਂ 'ਚ ਨਹੀਂ ਰਹਿੰਦੀ, ਉਹ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣਨ ਦੇ ਲਾਇਕ ਨਹੀਂ ਰਹਿੰਦਾ। ਅਸ਼ਵਨੀ ਸੇਖੜੀ ਨੇ ਜਨਤਾ ਨਾਲ ਤਾਂ ਨਹੀਂ ਬੇਈਮਾਨੀ ਕੀਤੀ ਨਾ, ਲੋਕਾਂ ਨਾਲ ਠੀਕ ਵਿਚਰਿਆ। ਜੇ ਵਿਚਰਿਆ ਹੁੰਦਾ ਤਾਂ ਜਿੱਤਿਆ ਨਾ ਹੁੰਦਾ। ਤੇ ਦੱਸ ਇਹ ਹੈ ਕਿ ਲਖਬੀਰ ਸਿੰਘ ਲੋਧੀ ਨੰਗਲ ਹੋਣਾ ਨੇ ਵੀ ਉਹਦੀ ਸਪੋਰਟ ਕੀਤੀ ਹੈ, ਤੇ ਲਖਬੀਰ ਸਿੰਘ ਲੋਧੀ ਨੰਗਲ ਇੰਦਰ ਸੇਖੜੀ ਦੀ ਜਗ੍ਹਾ ਅਸ਼ਵਨੀ ਸੇਖੜੀ ਨਾਲ ਕਿਉਂ ਦਿਖਾਈ ਦੇ। ਇਹਨੂੰ ਬੰਦੇ ਨੂੰ ਨਾਪਣਾ ਜਿਹੜਾ ਵਾ ਮੈਨੂੰ ਚੰਗੀ ਤਰ੍ਹਾਂ ਆਂਦਾ, ਅਸੀਂ ਇਹਨੂੰ ਸਾਂਭ ਲਵਾਂਗੇ। ਹਰੇਕ ਰਾਜਨੀਤਿਕ ਪਾਰਟੀ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਦੀ ਉਦਾਹਰਣ ਦਿੰਦੀ ਹੈ, ਪਰ ਪਿਛਲੇ ਦਿਨੀ ਇੱਕ ਨੇਤਾ ਵੱਲੋਂ ਹਿੰਦੂ ਭਾਈਚਾਰੇ ਦੇ ਨੂੰ ਲੈ ਕੇ ਇੱਕ ਐਸੀ ਟਿੱਪਣੀ ਕੀਤੀ ਗਈ ਕਿ ਕਾਂਗਰਸ ਪਾਰਟੀ ਦੇ ਵਿੱਚ ਬਵਾਲ ਮਚ ਗਿਆ, ਔਰ ਹਿੰਦੂ ਚਿਹਰੇ ਨੂੰ ਲੈ ਕੇ, ਹਿੰਦੂ ਵੋਟ ਬੈਂਕ ਨੂੰ ਲੈ ਕੇ ਇਹ ਮਾਮਲਾ ਪਹਿਲਾਂ ਕੈਪਟਨ ਦੇ ਦਰਬਾਰ ਤੱਕ ਪੁੱਜਿਆ ਔਰ ਫਿਰ ਹਾਈ ਕਮਾਂਡ ਤੱਕ ਪਹੁੰਚ ਗਿਆ। ਇਸ ਹਿੰਦੂ ਮੁੱਦੇ ਦੇ ਉੱਤੇ ਰਾਜਨੀਤੀ ਕਰਨ ਵਾਲੇ ਬਟਾਲਾ ਦੇ ਅਸ਼ਵਨੀ ਸੇਖੜੀ, ਜਿਨ੍ਹਾਂ ਦਾ ਕਹਿਣਾ ਸੀ ਕਿ ਹਿੰਦੂਆਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੇ ਅਣਦੇਖਿਆ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ, ਵੋਟ ਬੈਂਕ ਹਿੰਦੂ ਹੈ ਪਰ ਹਿੰਦੂ ਚਿਹਰੇ ਜਿਹੜੇ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ, ਜਿਹਨੂੰ ਲੈ ਕੇ ਰਾਜਨੀਤੀ ਖੂਬ ਗਰਮਾਈ, ਮੀਡੀਆ 'ਚ ਸੁਰਖੀਆਂ ਬਣੀਆਂ ਔਰ ਰਾਤੋਂ ਰਾਤ ਅਸ਼ਵਨੀ ਸੇਖੜੀ ਜਿਹੜਾ ਉਹਦਾ ਜ਼ਿਕਰ ਮੀਡੀਆ ਕਾਰਨ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਪਹੁੰਚ ਗਿਆ। ਅਕਾਲੀ ਦਲ ਜੁਆਇਨਿੰਗ ਦੀ ਚਰਚਾ ਸ਼ੁਰੂ ਹੋਈ। ਮੀਡੀਆ ਦੇ ਵਿੱਚ ਮੀਡੀਆ ਟ੍ਰਾਇਲ ਐਸਾ ਚੱਲਿਆ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਲੱਗਾ ਕਿ ਹੁਣ ਅਸ਼ਵਨੀ ਸੇਖੜੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਨੇ। 28 ਜੂਨ ਜਿਹੜੀ ਹੈ ਉਹ ਤਰੀਕ ਵੀ ਨਿਰਧਾਰਤ ਹੋ ਜਾਂਦੀ ਹੈ, ਟੈਂਟ ਲੱਗ ਜਾਂਦੇ ਨੇ, ਪੂਰੀ ਤਿਆਰੀ ਹੋ ਜਾਂਦੀ ਹੈ, ਪਰ ਅਚਾਨਕ 27 ਦੀ ਰਾਤ ਨੂੰ ਅਸ਼ਵਨੀ ਸੇਖੜੀ ਦੀ ਤਬੀਅਤ ਖਰਾਬ ਹੁੰਦੀ ਹੈ ਔਰ ਪਤਾ ਚੱਲਦਾ ਕਿ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਡਾਕਟਰਾਂ ਨੇ ਚੱਲਣ ਫਿਰਨ ਤੋਂ ਮਨਾ ਕੀਤਾ। ਪਰ ਉਹ ਰਾਜਨੀਤਿਕ ਬਿਮਾਰੀ ਸੀ, ਪਰ ਹਸਪਤਾਲ ਰਾਜਨੀਤਿਕ ਨਹੀਂ ਸੀ। ਪਰ ਇਹਦੇ ਦੌਰਾਨ ਹੀ ਇੱਕ ਸ਼ਖਸ ਸੀ, ਬੇਸ਼ੱਕ ਉਹ ਅਸ਼ਵਨੀ ਸੇਖੜੀ ਦੇ ਬ੍ਰਦਰ ਨੇ, ਭਰਾ ਨੇ, ਨਾਮ ਹੈ ਇੰਦਰ ਸੇਖੜੀ। ਸੋ ਇੰਦਰ ਸੇਖੜੀ ਇੱਕ ਐਸੇ ਸ਼ਖਸ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 28 ਤਰੀਕ ਤੋਂ ਪਹਿਲਾਂ ਹੀ, ਕਈ ਦਿਨ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਔਰ ਇਸ਼ਾਰਾ ਵੀ ਹੋ ਚੁੱਕਾ ਸੀ ਕਿ ਕਦੀ ਵੀ ਅਸ਼ਵਨੀ ਸੇਖੜੀ ਕਾਂਗਰਸ ਪਾਰਟੀ ਨਹੀਂ ਛੱਡੇਗਾ, ਨਾ ਹੀ ਅਕਾਲੀ ਦਲ ਨੂੰ ਜੁਆਇਨ ਕਰੇਗਾ। ਔਰ ਇਹਨਾਂ ਨੂੰ ਕਿਵੇਂ ਪਤਾ ਸੀ ਔਰ ਇਹਨਾਂ ਨੇ ਭਵਿੱਖਬਾਣੀ ਕਿਵੇਂ ਕਰ ਦਿੱਤੀ, ਕਿਸ ਭਰੋਸੇ ਤੇ ਕਰ ਦਿੱਤੀ, ਆਓ ਅਸੀਂ ਜਾਣਦੇ ਹਾਂ ਇੰਦਰ ਸੇਖੜੀ ਜੀ ਕੋਲੋਂ। ਸੇਖੜੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਦਾ ਟੀਵੀ ਨਾਲ। ਥੈਂਕ ਯੂ ਬਿੱਟੂ। ਤੁਸੀਂ ਜੋਸ਼ੀ ਹੋ, ਪਹਿਲਾਂ ਇਹ ਦੱਸੋ। ਨਹੀਂ, ਮੈਂ ਜੋਸ਼ੀ ਨਹੀਂ ਹੈ, ਮੈਨੂੰ ਦੁਨੀਆਦਾਰੀ ਦਾ ਤਜਰਬਾ ਹੈ, ਆਪਣਾ ਇੰਟਰੈਕਸ਼ਨ ਹਿਊਮਨ ਬੀਇੰਗ। ਮੈਂ ਜ਼ਿੰਦਗੀ ਦੇ
56-57 ਸਾਲ ਦਾ ਜਿਹੜਾ ਮੇਰਾ ਆਪਣਾ ਕੈਰੀਅਰ ਰਿਹਾ ਪਬਲਿਕ ਦੇ ਵਿੱਚ ਇੰਟਰੈਕਸ਼ਨ ਕਰਨ ਦਾ, ਉਹ ਜ਼ਿੰਦਗੀ ਨੂੰ ਬਹੁਤ ਤਜਰਬੇ ਦਿੰਦੇ। ਤੁਸੀਂ ਤੁਰੇ ਜਾਂਦੇ ਲੋਕਾਂ ਨੂੰ ਫਲੈਸ਼ ਕਰਦੇ ਹੋ ਔਰ ਉਹਨਾਂ ਨੇ ਚੱਲਦੇ ਫਿਰ ਦੱਸ ਦਿੰਦੇ ਹੋ ਕਿ ਬੰਦਾ ਇਸ ਵੇਲੇ ਕਿਸ ਪਾਸੇ ਕਿਸ ਗੱਲ ਨੂੰ ਕਰਨ ਲੱਗਾ। ਸੇਠੀ ਸਾਹਿਬ ਰਾਜਨੀਤਿਕ ਪੰਡਤ ਹੈ ਨਾ ਜਿਹੜੇ, ਤੁਸੀਂ ਉਹਨਾਂ ਦੀ ਭਵਿੱਖਬਾਣੀ ਜਿਹੜੀ ਹੈ ਨਾ ਗਲਤ ਸਾਬਤ ਕਰ ਦਿੱਤੀ ਹੈ। ਰਾਜਨੀਤਿਕ ਪੰਡਤ ਜਿਹੜੇ ਸੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਸੀ, ਮੰਨ ਚੁੱਕੇ ਸੀ ਕਿ ਅਸ਼ਵਨੀ ਸੇਖੜੀ ਹੁਣ ਜਿਹੜੇ ਨੇ ਉਹ ਤੱਕੜੀ 'ਚ ਜਾ ਕੇ ਸਵਾਰ ਹੋ ਗਏ ਨੇ। ਉਹਨਾਂ ਨੇ ਪੰਜਾ ਜਿਹੜਾ ਸੀ ਜਾ ਕੇ ਤੱਕੜੀ 'ਚ ਚਲਾ ਗਿਆ, ਇਹ ਤਾਂ ਗੱਲ ਕਲੀਅਰ ਹੋ ਗਈ ਸੀ। ਪਰ ਸਿਰਫ ਇੰਦਰ ਸੇਖੜੀ ਸੀ ਜਿਹੜੇ ਇਹ ਗੱਲ ਕਹਿ ਰਹੇ ਸੀ ਇਦਾਂ ਨਹੀਂ ਹੋਏਗਾ। ਇਹ ਕਿਉਂ ਕਹਿ ਰਹੇ ਸੀ? ਇਹਨਾਂ ਦਾਵਾ ਤੁਹਾਡੇ ਕੋਲ ਕਿਵੇਂ ਸੀ? ਔਰ ਦੇਖੋ ਕੈਮਰਾ, ਜਿਹੜੀ ਸੱਚਾਈ ਦੀ ਗੱਲ ਕਰਨ ਵਾਲੇ ਇਨਸਾਨ ਹੁੰਦੇ ਆ ਰੱਬ ਵੱਲੋਂ, ਉਹਨਾਂ ਤੇ ਮਿਹਰ ਹੁੰਦੀ ਹੈ। ਜਿਨ੍ਹਾਂ ਨੂੰ ਮਿਹਰ ਹੁੰਦੀ ਹੈ ਉਹਨਾਂ ਦੇ ਅੰਦਰੋਂ ਜਿਹੜੀ ਗੱਲ ਨਿਕਲਦੀ ਉਹ ਵੀ ਸੱਚੀ ਉਹ ਨਿਕਲਦੀ, ਉਹ ਸਾਫ਼ ਹੀ ਹੁੰਦੀ ਹੈ ਉਹ ਗੱਲ, ਔਰ ਪੂਰੀ ਵੀ ਉਹ ਹੁੰਦੀ। ਪਿਛਲੀ ਗੱਲ ਦੱਸੋ ਤੁਹਾਨੂੰ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਪਿਆ, ਇਹ ਗੁਰੂ ਕਿਰਪਾ ਹੀ ਹੈ, ਕਿਉਂਕਿ ਮੈਂ ਤਾਂ ਜ਼ਿੰਦਗੀ ਆਪਣਾ ਦਾਮਨ ਸਾਫ਼ ਰੱਖਿਆ ਔਰ ਸਾਫ਼ ਸੁਥਰੀ ਗੱਲ ਕੀਤੀ ਔਰ ਇਨਸਾਨੀਅਤ ਦੀ, ਇਮਾਨਦਾਰੀ ਦੀ, ਇਨਸਾਫ ਦੀ ਗੱਲ ਕੀਤੀ ਹੈ। ਜਿਹੜਾ ਮੈਸੇਜ ਸੀ ਤੁਹਾਡਾ, ਇਸ ਮੈਸੇਜ ਨੂੰ ਜਦੋਂ ਸ਼ੁਰੂ ਤੇ ਲੋਕਾਂ ਨੇ ਸੁਣਿਆ, ਚਾਹੇ 26 ਨੂੰ, ਚਾਹੇ 25 ਨੂੰ, ਚਾਹੇ 27 ਨੂੰ, 27 ਰਾਤ ਤੱਕ ਵੀ, 28 ਤੱਕ ਵੀ, ਕਿਉਂਕਿ 28 ਨੂੰ ਵੀ ਐਵੇਂ ਲੱਗ ਰਿਹਾ ਸੀਗਾ ਕਿ ਹੁਣ ਵੀ ਚਲੇ ਜਾਣਗੇ ਗੱਡੀ 'ਚ, ਹੁਣ ਵੀ ਚਲੇ ਜਾਣਗੇ ਚੰਡੀਗੜ੍ਹ, ਪਰ 28 ਤੱਕ ਵੀ ਇਹੀ ਲੱਗ ਰਿਹਾ ਸੀ ਕਿ ਇੰਦਰ ਸੇਖੜੀ ਜਿਹੜੇ ਨੇ ਜਾਣ ਕੇ ਕਹਿ ਰਹੇ ਨੇ ਇਹਨਾਂ ਜੁਆਇਨ ਕਰਕੇ ਆਪਣੇ ਅਸ਼ਵਨੀ ਸੇਖੜੀ ਜਿਹੜੀ ਆ ਅਕਾਲੀ ਦਲ। ਨਹੀਂ, ਇਹ ਤੁਹਾਡੀ ਜਿਹੜੀ ਗੱਲ ਹੈ ਗਲਤ ਹੈ। ਇੰਦਰ ਸੇਖੜੀ ਵਾਲੀ ਜਿਹੜੀ ਗੱਲ ਹੈ, ਮੈਂ ਤੇ 10 ਦਿਨ ਪਹਿਲੇ ਜਿਸ ਦਿਨ ਇਹ ਬਾਜ਼ਾਰ 'ਚ ਚਰਚਾ ਸ਼ੁਰੂ ਹੋਈ ਸੀ, ਮੈਂ ਆਪਣੀ ਪਾਰਟੀ ਨੂੰ, ਹਾਈ ਕਮਾਂਡ ਨੂੰ ਇਹ ਕਨਵੇ ਕਰਤਾ ਸੀ ਕਿ ਇਹਨੇ ਜਿਹੜਾ ਹੈ ਆਪਣਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਵਜਨ ਵਧਾਉਣ ਵਾਸਤੇ ਇਹ ਸਾਰਾ ਡਰਾਮਾ ਰਚ ਰਿਹਾ ਔਰ ਇਹਨੇ ਕਦੀ ਵੀ ਅਕਾਲੀ ਦਲ ਜੁਆਇਨ ਨਹੀਂ ਕਰਨਾ। ਔਰ ਪਰ ਹੁਣ ਜੇ ਦੇਖਿਆ ਜਾਵੇ ਤਾਂ ਅਕਸਰ ਲੋਕੀ ਕਹਿੰਦੇ ਆ ਕਿ ਫੜੀਆਂ ਨੂੰ ਛੱਡ ਕੇ ਨਾ ਤੇ ਉੜਦੀਆਂ ਮਗਰ ਨਾ ਦੌੜੋ। ਪਰ ਕਾਂਗਰਸ ਪਾਰਟੀ ਦਾ ਵੀ ਜ਼ਿਕਰ ਕਰੀਏ, ਕਾਂਗਰਸ ਪਾਰਟੀ ਨੇ ਬੇਸ਼ੱਕ 28 ਤਰੀਕ ਨੂੰ ਜੇ ਅਕਾਲੀ ਦਲ ਵੱਲੋਂ ਉਹ ਮਿਸ ਹੋ ਗਏ, ਨਹੀਂ ਗਏ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਨੇ ਤਾਂ ਉਹਨਾਂ ਨੂੰ 4-4 ਅਹੁਦਿਆਂ ਦੇ ਨਾਲ ਨਵਾਜਣਾ ਸੀ, ਤਿਆਰੀ ਦੇ ਕਰਕੇ ਬੈਠੇ ਸੀ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਹਾਈਐਸਟ ਲੈਵਲ ਤੋਂ ਇਹ ਗੱਲ ਦੀ ਅਸ਼ੋਰੈਂਸ ਸੀ ਕਿ ਕੋਈ ਵੀ ਇਹਨਾਂ ਹੈਵੀਵੇਟ ਦੂਜੀ ਪਾਰਟੀ ਦਾ 3 ਵਾਰੀ ਐਮਐਲਏ ਹੋਵੇ, ਮੰਤਰੀ ਹੋਣ, ਚੇਅਰਮੈਨ ਰਹੇ ਹੋਣ, ਸੈਕਟਰੀ AICC ਰਹਿਣ, ਔਰ ਅਗਰ ਉਹ ਆ ਕੇ ਸਾਡੀ ਪਾਰਟੀ ਨੂੰ ਜੁਆਇਨ ਕਰਦੇ ਤਾਂ ਸਾਡੇ ਕੁਛ ਨਾ ਕੁਛ ਤਾਂ ਉਹਦਾ ਬੈਨੀਫਿਟ ਜਾਂਦਾ ਹੀ ਹੈ। ਇਹ ਗੱਲ ਨੂੰ ਬਿਲਕੁਲ ਹੀ ਅਸੀਂ ਨਹੀਂ ਨਕਾਰ ਸਕਦੇ ਕਿ ਬਿਲਕੁਲ ਉਹਦਾ ਜਿਹੜਾ ਕੈਰੀਅਰ ਰਿਹਾ 30-40 ਸਾਲ ਦਾ, ਉਹਦਾ ਕੋਈ ਮੁੱਲ ਨਹੀਂ ਹੈ। ਜਿਹੜੇ 4 ਬੈਨੀਫਿਟ ਅਕਾਲੀ ਦਲ ਉਹਨਾਂ ਨੂੰ ਦੇ ਰਿਹਾ ਸੀ, ਪਤਾ ਹੈ ਕਿਹੜੇ? ਨਹੀਂ, ਇਹ ਬਿਲਕੁਲ ਝੂਠ ਗੱਲ ਹੈ। ਮੇਰੀ ਪਾਰਟੀ ਦੇ ਹਾਈ ਕਮਾਂਡ ਨੇ ਬਿਲਕੁਲ ਕਲੀਅਰ ਕਿਹਾ ਸੀ ਕਿ ਜੁਆਇਨਿੰਗ ਸਿੰਪਲ ਜੁਆਇਨਿੰਗ ਹੋਣੀ ਹੈ, ਨਾ ਅਸੀਂ ਉਹਨੂੰ ਕੋਈ ਟਿਕਟ ਦੀ ਅਸ਼ੋਰੈਂਸ ਦੇ ਰਹੇ ਹਾਂ, ਨਾ ਹੀ ਉਹਨੂੰ ਕੋਈ ਜਿਹੜੀ ਆਫਿਸ ਬੇਅਰ ਡਿਕਲੇਅਰ ਕਰ ਰਹੇ ਹਾਂ। ਕਿਹਾ ਜਾ ਰਿਹਾ ਸੀ ਨਾ ਕਿ ਪੂਰੇ ਪੰਜਾਬ ਦੇ ਸ਼ਹਿਰੀ ਪ੍ਰਧਾਨ ਬਣਾਏ ਜਾ ਰਹੇ ਨੇ, ਯਾਨੀ ਕਿ ਹਿੰਦੂ ਵੋਟ ਬੈਂਕ ਨੂੰ ਕੱਟਿਆ। ਸਾਡੇ ਇੱਥੇ ਐਸਾ ਕਲਚਰ ਹੀ ਨਹੀਂ ਹੈ ਅਕਾਲੀ ਦਲ 'ਚ। ਸਾਡੀ ਤਾਂ ਇੱਕ ਪਾਰਟੀ ਹੈ, ਅਸੀਂ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਾਰੇ ਅਸੀਂ ਉਹਦੇ ਮੈਂਬਰ ਹਾਂ। ਉਹ ਸਾਡੇ ਸਾਰਿਆਂ ਦੇ ਆਲਰੇਡੀ ਵਿੰਗ ਹੈਗੇ, ਆਲਰੇਡੀ ਸਾਡੇ ਉਹਨਾਂ ਨੇ ਕਨਵੀਨਰ ਲਗਾਏ ਦੇ ਨੇ। ਕੋਈ ਐਸਾ ਸੈਕਿੰਡ ਪੋਸਟ ਕੋਈ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਪ੍ਰਧਾਨ ਨਿਯੁਕਤ ਹੋਏ ਨਾ ਹਿੰਦੂਆਂ ਦਾ, ਸਾਡਾ ਕਨਸਟੀਟਿਊਸ਼ਨ ਹੈ, ਪ੍ਰਧਾਨ ਤੇ ਸਾਡੇ ਇੱਕੋ ਹੀ ਨੇ, ਸੁਖਬੀਰ ਬਾਦਲ ਜੀ। ਜੋ ਅਸ਼ਵਨੀ ਸੇਖੜੀ ਦੇ ਨਾਲ ਤੁਹਾਡਾ ਰਾਜਨੀਤਿਕ ਸਫ਼ਰ ਬਹੁਤ ਸਾਂਝਾ ਰਿਹਾ, ਕਿਉਂਕਿ ਭਰਾ ਵੀ ਸੀ ਔਰ ਵੈਸੇ ਖੂਨ ਦੇ ਰਿਸ਼ਤੇ ਹੋਣ ਦੇ ਨਾਲ ਨਾਲ ਰਾਜਨੀਤਿਕ ਰਿਸ਼ਤਾ ਵੀ ਤੁਹਾਡਾ ਕਾਫੀ ਨਜ਼ਦੀਕੀ ਰਿਹਾ। ਚਲੋ ਰਾਜਨੀਤੀ ਅਲੱਗ-ਅਲੱਗ ਹੋ ਜਾਂਦੀ ਹੈ। ਇਹ ਤਾਂ ਸੈਕਟਰੀ ਸੀ ਆਲ ਇੰਡੀਆ ਕਾਂਗਰਸ ਕਮੇਟੀ ਦੇ, ਤਾਂ ਸੈਕਟਰੀ ਤੋਂ ਬਾਅਦ ਪ੍ਰਮੋਸ਼ਨ ਹੁੰਦੀ ਹੈ, ਅਸ਼ਵਨੀ ਸੇਖੜੀ ਦੀ ਪ੍ਰਮੋਸ਼ਨ ਕਿਉਂ ਨਾ ਹੋ ਪਾਈ? ਇਹ ਜਵਾਬ ਤੇ ਅਸ਼ਵਨੀ ਸੇਖੜੀ ਦੇ ਸਕਦੇ ਨੇ। ਉਹਨਾਂ ਨੂੰ ਭਰਾ ਨੂੰ ਵੀ ਤਾਂ ਪਤਾ ਹੀ ਹੈ। ਮਾੜਾ ਜਿਹਾ ਮੈਂ ਪੁੱਛਣਾ, ਮੈਂ ਤੇ ਇੱਕੋ ਗੱਲ ਕਹਾਂਗਾ, ਜਦੋਂ ਮੈਨੂੰ ਇਸ ਗੱਲ ਦਾ ਮੈਂ ਆਪਣੇ ਅੰਦਰ ਕਨਵਿੰਸ ਹੋ ਗਿਆ ਕਿ ਮੈਂ ਜਿਹੜੇ ਇਹਨਾਂ ਦੇ ਸੋਚ ਵਿਚਾਰ ਦੀ ਧਾਰਾ ਇਹਨਾਂ ਦੀ ਬਣ ਗਈ ਹੈ ਅਸ਼ਵਨੀ ਸੇਖੜੀ ਜੀ ਦੀ, ਮੈਂ ਉਸ ਚੀਜ਼ ਨੂੰ ਸਪੋਰਟ ਨਹੀਂ ਕਰ ਸਕਦਾ ਤੇ ਮੈਂ ਆਪਣਾ ਰਸਤਾ ਅਲੱਗ ਕਰ ਲਿਆ। ਮੈਂ ਆਪਣੀ ਸਾਫ਼ ਸੁਥਰੀ ਛਵੀ ਉੱਤੇ ਕਦੀ ਵੀ ਉਂਗਲ ਨਹੀਂ ਆਉਣ ਦੇਣੀ, ਨਾ ਮੈਂ ਅੱਗੇ ਆਉਣ ਦਿੱਤੀ, ਨਾ ਮੈਂ ਅੱਗੇ ਆਉਣ ਦੇਵਾਂ। ਸੈਕਟਰੀ ਸਾਹਿਬ, ਅਸ਼ਵਨੀ ਸੇਖੜੀ ਕਾਂਗਰਸ ਕਮੇਟੀ ਦੇ ਸੈਕਟਰੀ ਤੋਂ ਪ੍ਰਮੋਟ ਹੋਣੇ ਚਾਹੀਦੇ ਸੀ, ਪ੍ਰਮੋਟ ਕਿਉਂ ਨਹੀਂ ਹੋ ਪਾਏ? ਤੇ ਸੈਕਟਰੀ ਵੀ ਨਹੀਂ ਰਹੇ, ਮੈਂਬਰ ਬਣ ਕੇ ਰਹੇ। ਨਹੀਂ, ਇਹ ਤੇ ਆਦਮੀ ਦੇ ਆਪਣੇ ਕਰਮ ਨੇ, ਚੰਗੇ ਕਰਮ ਕਰੋਗੇ ਤੇ ਕਿਰਪਾ ਹੋਣੀ। ਕਿਹੜਾ ਮਾਰਾ ਕਰਮ ਕੀਤਾ ਉਹਨਾਂ ਨੇ? ਨਹੀਂ, ਉਹ ਦੱਸ ਸਕਦੇ ਨੇ, ਲੋਕਾਂ ਨੂੰ ਪਤਾ ਵਾ। ਇਹ ਤੇ ਸਾਰੇ ਸ਼ਹਿਰ 'ਚ ਕਿਸੇ ਨੂੰ ਵੀ ਜਾ ਕੇ ਪੁੱਛ ਲਓ। ਮੈਂ ਤੁਹਾਨੂੰ ਪੁੱਛਦੇ ਰਿਹਾ, ਮੈਂ ਤਾਂ ਦੱਸ ਰਿਹਾ ਹਾਂ ਕਿ ਉਹ ਆਪਣੇ ਜੋ ਕਿਰਦਾਰ ਉਹਦਾ ਸੀ ਉਹਦੇ 'ਚ ਬਹੁਤ ਗਿਰਾਵਟ। ਕੀ ਕਿਰਦਾਰ ਸੀ? ਸਾਰੇ ਤਰ੍ਹਾਂ ਦੇ ਪਾਸੇ ਲਾ ਲਓ। ਜਦੋਂ ਦੱਸੋ, ਤੁਸੀਂ ਕੁਝ ਤੇ ਦੱਸੋ। ਨਹੀਂ, ਮੈਂ ਦੱਸ ਰਿਹਾ ਤੈਨੂੰ ਕਿ ਹਰ ਚੀਜ਼ ਜਿਹੜੀ ਤੁਸੀਂ ਇਨਵੋਲਵ ਕਰ ਲਓ, ਚਾਹੇ ਫਾਈਨੈਂਸ਼ੀਅਲ ਪਾਰਟ ਦੇਖ ਲਓ, ਚਾਹੇ ਅਦਰਵਾਈਜ਼ ਦੇਖ ਲਓ, ਚਾਹੇ ਲਸਟ ਫॉर ਪਾਵਰ ਦੇਖ ਲਓ,
ਕੋਈ ਚੀਜ਼ ਦੇ ਵਿੱਚ ਕੋਈ ਇਮਾਨਦਾਰੀ ਨਾਲ ਦੀ ਚੀਜ਼ ਰਹਿ ਹੀ ਨਹੀਂ ਗਈ ਕਿਤੇ, ਤੇ ਫਿਰ ਗੱਲ ਕਰੀ ਰਹਿਣੀ ਲੋਕਾਂ ਦੇ ਵਿੱਚ। ਤੇ ਅੱਜ ਦੇ ਦਿਨ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹ 'ਚ ਕਰਪਟ ਬੰਦਿਆਂ ਵਾਸਤੇ, ਕ੍ਰਿਮੀਨਲ ਬੰਦਿਆਂ ਵਾਸਤੇ ਰਾਜਨੀਤੀ ਦੇ ਉੱਤੇ ਜਿਹੜੀ ਹੈ ਕੋਈ ਪੋਜੀਸ਼ਨ ਨਹੀਂ ਹੈ, ਨਾ ਲੋਕਾਂ ਦੇ ਵਿੱਚ ਉਸ ਬੰਦੇ ਦੀ ਐਕਸੈਪਟੇਬਿਲਿਟੀ ਬਣਨੀ ਹੈ। ਤਕਰੀਬਨ 11 ਦਿਨ ਹੋ ਗਏ ਨੇ ਅਸ਼ਵਨੀ ਸੇਖੜੀ ਜਿਹੜੇ ਸੀ ਬੇਸ਼ੱਕ ਅਕਾਲੀ ਦਲ ਜੁਆਇਨ ਨਹੀਂ ਕਰ ਸਕੇ, ਪਰ ਇਹਨਾਂ 11 ਦਿਨਾਂ ਦੇ ਬਾਅਦ ਕਾਂਗਰਸ ਵੱਲੋਂ ਵੀ ਤੇ ਉਹਨਾਂ ਨੂੰ ਕੁਝ ਨਹੀਂ ਮਿਲਿਆ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਛੁੰਛਣਾ ਮਿਲਿਆ ਹੋਵੇ, ਮਤਲਬ ਬਜਾਈ ਜਾਓ ਤਾਂ ਟਾਈਮ ਪਾਸ ਕਰੀ ਜਾਓ। ਨਹੀਂ, ਇਹ ਤੇ ਐਂਟੀਸਪੇਟਡ ਹੀ ਸੀ। ਜੇ ਇਹ ਵਰਤਦੇ ਪਏ ਸੀ ਜਾਂ ਮਿਸਯੂਜ਼ ਕਰ ਰਹੇ ਸੀ ਮੀਡੀਆ ਨੂੰ, ਤੁਹਾਨੂੰ ਮਿਸਯੂਜ਼ ਕਰਕੇ ਕੈਪਟਨ ਤੱਕ ਆਪਣੀ ਜਿਹੜੀ ਆਵਾਜ਼ ਪਹੁੰਚਾਉਣੀ ਚਾਹੁੰਦੇ ਸੀ, ਤੇ ਕੈਪਟਨ ਸਾਹਿਬ ਨੇ ਵੀ ਉਹਨੂੰ ਕਿਹਾ ਤੂੰ ਪਾਰਟੀ ਦਾ ਕੰਮ ਕਰਦਾ ਰਹੇ, ਤੇ ਵਰਕਰ ਹੈਗਾ ਪਾਰਟੀ ਦਾ ਕੰਮ ਕਰੀ ਜਾਏ, ਨਥਿੰਗ ਮੋਰ ਦੈਨ ਦੈਟ। ਤੇ ਜਿਹੜੀ ਕਿਹਾ ਜਾ ਗਿਆ ਕਿ ਤ੍ਰਿਪਤ ਬਾਜਵੇ ਨੂੰ ਵੀ ਜਿਹੜੀ ਵਾਰਨਿੰਗ ਹੋ ਗਈ ਹੈ, ਜਾਂ ਤ੍ਰਿਪਤ ਬਾਜਵੇ ਜਿਹੜੇ ਹੁਣ ਬਟਾਲੇ 'ਚ ਐਂਟਰੀ ਨਹੀਂ ਕਰੇਗਾ, ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵੀ ਆਰਡਰ ਹੋ ਚੁੱਕੇ ਨੇ ਕਿ ਬਾਈ ਹੁਣ ਜਿਹੜੇ ਅਸ਼ਵਨੀ ਸੇਖੜੀ ਨੇ ਉਹੀ ਤੁਹਾਡੇ ਕਰਤਾ ਧਰਤਾ ਨੇ। ਕੁਛ ਇਸ ਤਰ੍ਹਾਂ ਦਾ ਇਸ਼ਾਰਾ ਤੁਹਾਨੂੰ ਲੱਗਦਾ ਹੋਇਆ? ਮੈਨੂੰ ਤੇ ਸਮਝ ਨਹੀਂ ਲੱਗਦੀ ਇਹ ਕਿਹੋ ਜਿਹੀਆਂ ਗੱਲਾਂ ਨੇ। ਇਹ ਕੋਈ ਵਿਰਾਸਤਾਂ ਥੋੜ੍ਹਾ ਡੈਮੋਕ੍ਰੇਸੀ ਦੇ ਵਿੱਚ ਅਲਾਟ ਹੁੰਦੀਆਂ ਕਿ ਅੱਜ ਤ੍ਰਿਪਤ ਬਾਜਵਾ ਦੀ ਗੱਲ ਚੱਲਣੀ ਹੈ ਤੇ ਕੱਲ ਅਸ਼ਵਨੀ ਸੇਖੜੀ ਚੱਲਣੀ ਹੈ ਤੇ ਪਰਸੋਂ ਇੰਦਰ ਸੇਖੜੀ ਚੱਲਣੀ ਹੈ। ਗੱਲ ਤੇ ਮੈਰਿਟ ਦੀ ਹੋਣੀ ਚਾਹੀਦੀ ਹੈ। ਜਿਹੜੇ ਕੰਮ ਲੋਕਾਂ ਨੇ ਮੈਰਿਟ ਤੇ ਨੇ ਉਹ ਹੋਣੇ ਚਾਹੀਦੇ, ਔਰ ਲੋਕਾਂ ਦੇ ਜਿਹੜੀ ਸਰਵਿਸਿਜ਼ ਨੇ, ਜਿਹੜਾ ਲੋਕਾਂ ਦੇ ਰਾਈਟ ਨੇ, ਉਹਨਾਂ ਦੀ ਡੋਰ ਡਿਲੀਵਰੀ ਹੋਣੀ ਚਾਹੀਦੀ, ਜਿਹੜੀ ਅੱਜ ਤੱਕ ਕਾਂਗਰਸ ਸਰਕਾਰ ਦਾ ਅਸ਼ਵਨੀ ਸੇਖੜੀ ਤੇ ਤ੍ਰਿਪਤ ਬਾਜਵਾ ਨੇ ਨਹੀਂ ਕੀਤੀ। ਅੱਛਾ ਇੰਦਰ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹੁਣੇ ਕਹਿ ਰਹੇ ਸੀ ਕਿ ਉਹਨਾਂ ਦੇ ਉੱਪਰ ਵੀ ਨਹੀਂ ਮਨ ਦੇ ਵਿੱਚ ਬੇਈਮਾਨੀ ਹੈ, ਜਿਸ ਤਰੀਕੇ ਨਾਲ ਆਪਾਂ ਆਰੋਪ ਲਗਾ ਰਹੇ ਹਾਂ, ਤੇ ਕੀ ਕਾਰਨ ਹੈ? ਜੇਕਰ ਇਹ ਬੰਦੇ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਸੀ ਤਾਂ ਇਹਨੇ ਦੇਖੋ ਮੰਤਰੀਸ਼ਿਪ ਵੀ ਹੰਡਾਈ ਹੈ, 3 ਵਾਰ MLA ਵੀ ਚੁਣੇ ਗਏ ਨੇ, ਅਕਸਰ ਚੁਣੇ ਤਾਂ ਬਟਾਲੇ ਨਹੀਂ ਨਾ। ਜਦੋਂ ਤੱਕ ਇਹ ਚੁਣੇ ਗਏ ਹੈ ਉਦੋਂ ਤੱਕ ਕਾਫੀ ਹੱਦ ਤੱਕ ਜਿਹੜੀ ਹੈ ਇਸ ਲੈਵਲ ਦੀ ਗਿਰਾਵਟ ਨਹੀਂ ਸੀ ਆਈ ਜਿਸ ਲੈਵਲ ਦੀ ਹੁਣ ਆ ਗਈ, ਜਿਹੜੀ ਤੁਸੀਂ ਦੇਖਦੇ ਹੋ ਕਿ ਤੇ ਬੇਸਿਕਲੀ ਜਨਤਾ ਨੂੰ, ਦਰਸ਼ਕਾਂ ਨੂੰ ਆਪਾਂ ਕਿਵੇਂ ਦੱਸੀਏ ਕਿਹੜੀ ਗਿਰਾਵਟ ਹੈ? ਤੇ ਗਿਰਾਵਟ ਫਿਰ ਉਹਨਾਂ ਕਹਿਣਾ ਭਰਾ ਦਾ ਭਰਾ ਤੇ ਇਲਜ਼ਾਮ। ਮੈਂ ਭਰਾ ਦਾ ਇਲਜ਼ਾਮ ਨਹੀਂ ਲਗਾ ਰਿਹਾ। ਗਿਰਾਵਟ ਦੱਸੋ ਵੀ ਨਾ, ਕਿਹੜੀ ਗਿਰਾਵਟ ਹੈ? ਨਹੀਂ, ਗਿਰਾਵਟ ਤਾਂ ਦੱਸ ਤੇ ਰਿਹਾ ਮੈਂ। ਬੰਦੇ ਨੂੰ ਜਦੋਂ ਜਿਸ ਬੰਦੇ ਵਾਸਤੇ ਪੈਸਾ ਹੀ ਸਭ ਕੁਝ ਹੋ ਜਾਏ ਜਾਂ ਪਾਵਰ ਹੀ ਸਭ ਕੁਝ ਹੋ ਜਾਵੇ, ਤੇ ਉਹਦੀ ਐਕਸੈਪਟੇਬਿਲਿਟੀ ਲੋਕਾਂ 'ਚ ਨਹੀਂ ਰਹਿੰਦੀ, ਉਹ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣਨ ਦੇ ਲਾਇਕ ਨਹੀਂ ਰਹਿੰਦਾ ਬੰਦਾ। ਗੱਲ ਭਰਾ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ ਕਿ ਕੋਈ ਹੋਰ ਗੱਲ ਹੈ? ਨਹੀਂ, ਮੇਰੀ ਜਿਹੜੀ ਨਾਰਾਜ਼ਗੀ ਹੈ, ਮੇਰਾ ਉਹਨਾਂ ਬਿਜ਼ਨਸ ਸਾਂਝਾ ਸੀ, ਮੈਂ ਉਹਦਾ ਹਿਸਾਬ ਉਹਦੇ ਕੋਲ ਲੈਣਾ ਦੇਣਾ, ਉਹ ਵੱਖਰੀ ਚੀਜ਼ ਹੈ। ਜਿਹੜੀ ਲੋਕਾਂ ਦੀ ਸੇਵਾ ਕਰਨੀ ਹੈ ਰਾਜਨੀਤੀ 'ਚ ਆ ਕੇ, ਉਹ ਚੈਪਟਰ ਵੱਖਰਾ ਵਾ। ਉਹ ਅਸ਼ਵਨੀ ਸੇਖੜੀ ਨੇ ਜਨਤਾ ਨਾਲ ਤਾਂ ਨਹੀਂ ਬੇਈਮਾਨੀ ਕੀਤੀ ਨਾ, ਲੋਕਾਂ ਨਾਲ ਠੀਕ ਵਿਚਰਿਆ। ਜੇ ਵਿਚਰਿਆ ਅੰਦਰ ਜਿੱਤਿਆ ਨਾ ਹੁੰਦਾ। ਇਹ ਕਿਹੜੀ ਗੱਲ ਤੋਂ ਪੁੱਛਦੇ ਪਏ ਹੋ ਤੁਸੀਂ ਜਾ ਕੇ? ਇਹ ਸ਼ਹਿਰ 'ਚ ਕਿਸੇ ਨੂੰ ਪੁੱਛ ਲਓ ਜਾ ਕੇ, ਤੁਸੀਂ ਜਾ ਕੇ ਮਿਲਦੇ ਹੋ। ਤੇ ਜੇ ਲੋਕਾਂ ਦੇ ਵਿੱਚ ਇੰਨੀ ਇਹਦੀ ਪਪੂਲੈਰਿਟੀ ਹੈ ਜਾਂ ਸੋ ਕਾਲਡ ਆਪਣਾ ਕਲੇਮ ਕਰਦਾ ਕਿ ਮੈਂ ਸ਼ਹਿਰ ਦਾ ਨੁਮਾਇੰਦਾ ਜਾਂ ਮੈਨੂੰ ਸ਼ਹਿਰ ਦੀ ਵੋਟ ਸਾਰੀ ਪੈ ਜਾਣੀ ਹੈ, ਇਹ ਹੋ ਜਾਣਾ ਉਹ ਹੋ ਜਾਣਾ, ਤੇ ਫਿਰ ਇਹਨੂੰ ਲੋੜ ਕੀ ਪਾਰਟੀਆਂ ਕੋਲ ਜਾਣ ਦੀ? ਇਕੱਲਾ ਹੀ ਲੜ ਲਵੇ। ਬਟਾਲੇ ਦੇ ਵਿੱਚ ਇਸ ਵੇਲੇ ਜੋ ਚਰਚਾ ਹਾਈ ਕਮਾਂਡ ਤੱਕ ਗਈ ਹੈ, ਜੋ ਅਸ਼ਵਨੀ ਸੇਖੜੀ ਨੇ ਹਿੰਦੂ ਕਾਰਡ ਖੇਲਿਆ, ਹਿੰਦੂ ਪੱਤਾ ਖੇਡਿਆ, ਔਰ ਕਹਿ ਦੇਣਾ कि बटाला हिंदू मतलब अश्विनी सेखड़ी और अश्विनी सेखड़ी मतलब बटाला हिंदू, ये कंपैरिजन ठीक है? मैं तो इन्हां चीज़ां 'ਚ विश्वास ही नहीं करता। ਅਸੀਂ ਸਾਰੇ ਪੰਜਾਬੀ ਭਰਾ ਹਾਂ, ਇਕੱਠੇ ਰਹਿਣ ਵਾਲੇ ਹਾਂ, ਚਾਹੇ ਅਸੀਂ ਹਿੰਦੂ ਹਾਂ, ਸਿੱਖ ਹਾਂ, ਈਸਾਈ ਹਾਂ, ਮੈਨੂੰ ਇਹਦੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਪੜ੍ਹੇ, ਜੰਮੇ ਪਲੇ, ਖੇਲੇ, ਅੱਜ ਬਿਜ਼ਨਸ ਕਰਦੇ ਹਾਂ, ਸੋਸ਼ਲ ਗੈਦਰਿੰਗ 'ਚ ਇਕੱਠੇ ਹੁੰਦੇ ਆ। ਕੀ ਇਹ ਕਨਸੈਪਟ ਹੈ ਹਿੰਦੂ ਸਿੱਖ ਵਾਲਾ? ਕੋਈ ਤੁਹਾਨੂੰ ਲੱਗਦਾ ਜੀ ਅਸ਼ਵਨੀ ਸੇਖੜੀ ਵੱਲੋਂ ਇਸ ਪੱਤੇ ਨੂੰ ਖੇਡ ਕੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਦਰਾੜ ਪੜਨ ਵਾਲਾ ਕੰਮ ਹੋਇਆ? ਇਹਨਾਂ ਦੇ ਵਿੱਚ ਪਿਆਰ 'ਚ ਫਿੱਕ ਪਏਗੀ? ਨਹੀਂ, ਕਿਉਂ ਪਏਗੀ ਫਿੱਕ? ਇੱਕ ਬੰਦਾ ਕੋਈ ਗਲਤ ਹੈ ਉਹਦੇ ਕਰਕੇ ਥੋੜ੍ਹਾ ਨਾ ਸਾਡੇ ਕਮਿਊਨਿਟੀ। ਮੈਂ ਅਸ਼ਵਨੀ ਸੇਖੜੀ ਦੀ ਗੱਲ ਕਰ ਰਿਹਾ ਕਿ ਅਗਰ ਅਸ਼ਵਨੀ ਸੇਖੜੀ ਕਾਂਗਰਸ ਪਾਰਟੀ ਵੱਲੋਂ ਆਉਂਦਾ ਹੈ ਔਰ ਉਹ ਵੇਖਦਾ ਹੈ ਕਿ ਹੁਣ ਨਾ ਇੱਕ ਚਰਚਾ ਨਵੀਂ ਛਿੜ ਪਈ ਹੈ ਤਾਲਿਬਾਨ, ਉਹਦੇ ਮੂੰਹ 'ਚੋਂ ਤਾਲਿਬਾਨੀ ਬਹੁਤ ਨਿਕਲਦਾ। ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਜਿਹੜਾ ਕੋਈ ਇਹ ਗੱਲ ਕੋਈ ਕਰਦਾ ਹੈ ਹਿੰਦੂ ਸਿੱਖ ਡਿਵਾਈਡ ਦੀ, ਉਹ ਬਿਲਕੁਲ ਗਲਤ ਗੱਲ ਕਰਦਾ। ਅਸੀਂ ਸਾਰੇ ਭਰਾ ਹਾਂ, ਸਾਰੇ ਇੱਕ ਕਮਿਊਨਿਟੀ ਹੈ, ਪੰਜਾਬੀ ਕਮਿਊਨਿਟੀ, ਸਾਰੇ ਇਕੱਠੇ ਰਹਿਣ ਵਾਲੇ ਬੰਦੇ ਆ। ਜਿਹੜਾ ਕੋਈ ਬੰਦਾ ਡਿਵਾਈਡ ਪਾਉਣ ਵਾਲਾ ਕਰਦਾ ਪਿਆ ਵਾ, ਉਹਦੀ ਆਪਣੀ ਉਹ ਸੋਚ ਹੈ। ਸੇਖੜੀ ਸਾਹਿਬ, ਤ੍ਰਿਪਤ ਬਾਜਵੇ ਨੇ ਜਦੋਂ ਵੀ ਜ਼ਿਕਰ ਕਰਦਾ, ਉਹ ਤ੍ਰਿਪਤ ਬਾਜਵੇ ਦੇ ਉੱਪਰ ਐਲੀਗੇਸ਼ਨ ਵੀ ਲਗਾਉਂਦਾ ਔਰ ਇਹ ਕਹਿੰਦਾ ਕਿ ਉਹਨਾਂ ਨੂੰ ਤਾਲਿਬਾਨੀ, ਇਹ ਤਾਲਿਬਾਨੀ ਉਹਨਾਂ ਦੀ ਪੱਗ ਨੂੰ ਇਸ਼ਾਰਾ ਕਰਦਾ ਜਾਂ ਸਿੱਖ ਹੋਣ ਨੂੰ ਇਸ਼ਾਰਾ ਕਰਦਾ ਹੈ ਕਿ ਜਾਂ ਆਪ ਨਹੀਂ? ਕਿਉਂਕਿ ਉਹ ਬਾਰ-ਬਾਰ, ਮੈਂ ਇਸ ਗੱਲ 'ਤੇ ਕੋਈ ਕਮੈਂਟ ਨਹੀਂ ਕਰਨਾ, ਇਹਦਾ ਜਵਾਬ ਅਸ਼ਵਨੀ ਸੇਖੜੀ ਦੇ। ਪਰ ਤਾਲਿਬਾਨੀ ਬੜਾ ਮਸ਼ਹੂਰ ਹੋ ਰਿਹਾ, ਤਾਲਿਬਾਨੀ ਬਹੁਤ ਉਹਦਾ, ਕਿਉਂਕਿ ਉਹ ਬਾਰ-ਬਾਰ ਰਾਜਨੀਤਿਕ ਸਾਡੇ ਇੱਕ ਦੂਜੇ ਦੇ ਨਾਲ ਮਤਭੇਦ ਹੋ ਸਕਦੇ ਆ, ਪਰ ਜਾਤੀ ਤੌਰ 'ਤੇ ਮਨਭੇਦ ਨਹੀਂ ਹੋਣੇ ਚਾਹੀਦੇ। ਤੋ ਤਾਲਿਬਾਨੀ ਇੱਕ ਐਸਾ ਲਫ਼ਜ਼ ਹੈ ਜਿਹੜਾ ਮਤਲਬ ਇੱਕ ਕੱਟੜਤਾ ਦੇ ਨਾਲ ਜੁੜਿਆ ਹੋਇਆ, ਜਿਵੇਂ ਕੋਈ ਕੱਟੜ ਲੋਕ ਕਿਸੇ ਇਹ ਚੀਜ਼ ਤੇ ਅਸ਼ਵਨੀ ਸੇਖੜੀ ਤੇ ਵੀ ਅਪਲਾਈ ਕਰਦੀ ਹੈ, ਉਹ ਵੀ ਤੇ ਹਿੰਦੀ ਨੂੰ ਕਰੀ ਜਾਂਦਾ।
ਇਹ ਕੀ ਗੱਲ ਹੋਈ? ਪਰ ਇਦਾਂ ਹੈ ਕਿ ਉਹ ਬਹੁਤ ਵਧੀਆ ਜਵਾਬ ਦਿੰਦੇ ਗਾੜੀਆਂ ਤ੍ਰਿਪਤ ਬਾਜਵਾ ਜੀ, ਜਦੋਂ ਉਹਨਾਂ ਨੂੰ ਕੋਈ ਕਹਿੰਦਾ ਨਾ ਕਿ ਤੁਹਾਨੂੰ ਉਹਨਾਂ ਤਾਲਿਬਾਨੀ ਕਿਹਾ, ਉਹ ਕਹਿੰਦੇ ਮੇਰਾ ਛੋਟਾ ਵੀਰ ਹੈ। ਪਤਾ ਜੇ ਵੱਡਾ ਵੀਰ ਤਾਲਿਬਾਨੀ ਤੇ ਛੋਟਾ ਵੀਰ ਫਿਰ ਆਪੇ ਤਾਲਿਬਾਨੀ ਹੋਗਾ। ਮੈਂ ਕਹਿ ਰਿਹਾ, ਮੈਂ ਤੇ ਤੁਹਾਨੂੰ ਪਹਿਲੇ ਗੱਲ ਕਿ ਇਹੀ ਸਾਰਿਆਂ ਨੇ ਇੱਕ ਸਾਡਾ ਸਾਰਾ ਸਾਂਝਾ ਭਾਈਚਾਰਾ ਬਿਲਕੁਲ ਚਾਹੀਦਾ ਹੈ ਤੇ ਅਸੀਂ ਤੇ ਸਾਰੇ ਇਕੱਠੇ ਆ, ਸਾਡੇ ਤੇ ਕੋਈ ਐਸੀ ਗੱਲ ਨਹੀਂ ਹੈ ਜੀ। ਅੱਛਾ, ਪਰ ਇੱਥੋਂ ਦੇ ਜਿਹੜੇ ਐਮਐਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀ ਨੰਗਲ, ਜਿਸ ਦਿਨ ਅਸ਼ਵਨੀ ਸੇਖੜੀ ਨੇ ਅਕਾਲੀ ਦਲ ਜੁਆਇਨ ਕਰਨਾ ਸੀ, ਤਿਆਰੀਆਂ ਸੀ, ਟੈਂਟ ਲੱਗ ਚੁੱਕੇ ਸੀ, ਹਲਵਾਈ ਲੱਗ ਚੁੱਕੇ ਸੀ, ਕੁਰਸੀਆਂ ਲੱਗ ਚੁੱਕੀਆਂ ਸੀ, ਸਾਊਂਡ ਲੱਗ ਚੁੱਕੀ ਸੀ, ਸਭ ਕੁਝ ਸੈੱਟ ਹੋ ਚੁੱਕਾ ਸੀ। ਤੇ ਦੱਸਦੇ ਹੈ ਕਿ ਲਖਬੀਰ ਸਿੰਘ ਲੋਧੀ ਨੰਗਲ ਹੋਣਾ ਨੇ ਵੀ ਉਹਦੀ ਸਪੋਰਟ ਕੀਤੀ ਹੈ, ਤੇ ਲਖਬੀਰ ਸਿੰਘ ਲੋਧੀ ਨੰਗਲ ਇੰਦਰ ਸੇਖੜੀ ਦੀ ਜਗ੍ਹਾ ਅਸ਼ਵਨੀ ਸੇਖੜੀ ਨਾਲ ਕਿਉਂ ਦਿਖਾਈ ਦੇ ਰਿਹਾ? ਨਹੀਂ, ਮੈਂ ਫਿਰ ਤੁਹਾਡੇ ਨਾਲ ਇਸ ਗੱਲ ਤੇ ਐਗਰੀ ਨਹੀਂ ਕਰਦਾ। ਕੋਈ ਲੋਧੀ ਨੰਗਲ ਸਾਹਿਬ ਦਾ ਕੋਈ ਪਰਸਨਲ ਡਿਸੀਜਨ ਥੋੜ੍ਹਾ ਨਾ, ਇਹ ਤੇ ਪਾਰਟੀ ਹਾਈ ਕਮਾਂਡ ਨੇ ਦੇਖਿਆ ਕਿ ਇੱਕ ਇੰਨਾ ਹੈਵੀ ਵੇਟ 3 ਟਾਈਮ ਐਮਐਲਏ ਹੈ, ਇੱਕ ਐਕਸ ਮਿਨਿਸਟਰ ਹੈ, ਅਗਰ ਉਹ ਸਾਡੀ ਪਾਰਟੀ 'ਚ ਆ ਕੇ ਕੋਈ ਸੇਵਾ ਕਰਨਾ ਚਾਹੁੰਦਾ ਲੋਕਾਂ ਦੀ, ਅਸੀਂ ਕਿਉਂ ਮਨਾ ਕਰਾਂਗੇ? ਇਹ ਤੇ ਉਹਨੂੰ ਕੋਈ ਐਸੀ ਗੱਲ ਦੀ ਕੋਈ ਅਸ਼ੋਰੈਂਸ ਹੈ ਹੀ ਨਹੀਂ ਸੀ ਜਿਹੜੀਆਂ ਉਹ ਗੱਲਾਂ ਕਲੇਮ ਕਰਦਾ ਪਿਆ। ਅੱਛਾ, ਜੇ ਕਰਕੇ ਤੇ ਅਸ਼ਵਨੀ ਸੇਖੜੀ ਅਕਾਲੀ ਦਲ ਜੁਆਇਨ ਕਰ ਹੀ ਜਾਂਦਾ, ਆ ਜਾਂਦਾ ਅਕਾਲੀ ਦਲ ਦੇ ਵਿੱਚ, ਤਾਂ ਇੰਦਰ ਸੇਖੜੀ ਫਿਰ ਕੀ ਕਰਦਾ? ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਮੈਂ ਸਵੇਰੇ ਇਨਵਾਈਟਡ ਸੀ ਉਸ ਗੈਦਰਿੰਗ ਦੇ ਵਿੱਚ, ਮੈਂ ਉਸ ਕਮੇਟੀ ਦਾ ਮੈਂਬਰ ਹਾਂ, ਹਾਈ ਲੈਵਲ ਕਮੇਟੀ ਜਿਹੜੀ ਸਾਡੀ ਬਣੀ ਸ਼ਹਿਰੀ ਭਰਾਵਾਂ ਦੀ। ਉਸ ਕਮੇਟੀ ਦੀ ਵੀ ਮੀਟਿੰਗ ਉਸ ਦਿਨ ਪ੍ਰਧਾਨ ਜੀ ਨੇ ਸੱਦੀ ਸੀ। ਮੈਂ ਔਨ ਮਾਈ ਵੇ ਸੀ ਟੂ ਚੰਡੀਗੜ੍ਹ ਕਿ ਇਹ ਜੁਆਇਨ ਕਰਦਾ, ਤੇ ਅਸੀਂ ਠੀਕ ਹੈ ਜੋ ਪਾਰਟੀ ਨੇ ਫੈਸਲਾ ਕੀਤਾ ਅਸੀਂ ਨਾਲ ਹਾਂ, ਅਸੀਂ ਪਾਰਟੀ ਤੋਂ ਵੱਖਰੇ ਥੋੜ੍ਹਾ ਨਾ। ਅਸੀਂ ਉੱਥੇ ਮੈਨੂੰ ਰਸਤੇ 'ਚ ਫੋਨ ਕਰਕੇ ਕਿਹਾ ਗਿਆ ਰਾਤ 8:30 ਵਜੇ ਮੈਂ ਜਲੰਧਰ ਕ੍ਰਾਸ ਕੀਤਾ ਤੇ ਮੈਨੂੰ ਦੱਸਿਆ ਗਿਆ ਕਿ ਇਹ ਜਿਹੜਾ ਮੀਟਿੰਗ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਜਾਂ ਇਹਦੀ ਜੁਆਇਨਿੰਗ ਹੈ ਉਹ ਕੈਂਸਲ ਹੋ ਗਈ ਹੈ, ਇਸ ਮੀਟਿੰਗ ਵੀ ਕੈਂਸਲ ਹੋ ਗਈ, ਪ੍ਰਧਾਨ ਜੀ ਥੋੜ੍ਹਾ ਲੇਟ ਆ ਰਿਹਾ, ਤੇ ਅਸੀਂ ਵਾਪਸ ਆ ਗਏ। ਬਾਕੀ ਮੇਰੇ ਮਨ ਤੇ ਕਿਸ ਗੱਲ ਦਾ ਰੋਸ ਹੋਏਗਾ? ਸੱਚਾਈ ਦੇ ਵਾਸਤੇ ਜਿਹੜੇ ਬੰਦੇ ਸੱਚਾਈ ਦੇ ਰਸਤੇ ਚੱਲਦੇ ਆ ਉਹਨਾਂ ਨੂੰ ਕੋਈ ਚੀਜ਼ ਡਰਾ ਨਹੀਂ ਸਕਦੀ, ਨਾ ਉਹ ਆਪਣੇ ਰਸਤੇ ਤੋਂ ਭਟਕ ਸਕਦੇ। ਇੰਦਰ ਸੇਖੜੀ ਜੀ, ਜੇਕਰ ਅਸ਼ਵਨੀ ਸੇਖੜੀ ਫਿਰ ਆਂਦੇ ਔਰ ਟਿਕਟ ਦੀ ਜ਼ਿਕਰ ਚੱਲਦਾ, ਮੈਂ ਗੱਲ ਕਰ ਰਿਹਾ ਕਿਉਂਕਿ ਇਹ ਸਵਾਲ ਜਨਤਾ ਦੇ ਨੇ, ਲੋਕਾਂ ਦੇ ਮਨਾਂ ਦੇ ਵਿੱਚ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਤਾਂ ਤੁਹਾਨੂੰ ਕੀ ਲੱਗਦਾ ਜੀ ਹਾਈ ਕਮਾਂਡ ਟਿਕਟ ਦੇ ਲਈ ਇੱਕ ਪਾਸੇ ਇੰਦਰ ਸੇਖੜੀ ਹੈ, ਇੱਕ ਪਾਸੇ ਅਸ਼ਵਨੀ ਸੇਖੜੀ ਹੈ, ਹਾਈ ਕਮਾਂਡ ਕੀ ਕਰ? ਦੇਖੋ, ਜਿਹੜੀ ਮੈਂ ਫਿਰ ਬਾਰ-ਬਾਰ ਉਹੀ ਗੱਲ ਕਰਦਾ ਪਿਆ, ਸੱਚਾਈ ਦੀ ਤੇ ਝੂਠੇਪਨ ਦੀ। ਜਦੋਂ ਕੋਈ ਸੱਚਾਈ ਦਾ ਰਸਤਾ ਹੁੰਦਾ ਨਾ, ਉਹ ਬਹੁਤ ਔਖਾ ਹੁੰਦਾ, ਜ਼ੋਰ ਪੂਰਾ ਲੱਗਦਾ। ਅਸੀਂ ਆਪਣੀ ਸੱਚਾਈ ਦੇ ਰਸਤੇ ਉੱਤੇ ਜ਼ੋਰ ਲਾਵਾਂਗੇ, ਅੱਗੇ ਵੀ ਲਾਇਆ ਸੀ, ਹੁਣ ਵੀ ਲਾਵਾਂਗੇ, ਔਰ ਮੈਨੂੰ ਇਸ ਗੱਲ ਦੀ ਆਸ ਹੈ ਕਿ ਸੱਚਾਈ ਦੀ ਉਹ ਜਿੱਤ ਹੋਏਗੀ। ਬਟਾਲਾ ਦੀ ਜਨਤਾ ਦੀ ਨਬਜ਼ ਟਟੋਲ ਕੇ ਕਦੀ ਦੇਖੀ ਤੁਸੀਂ? ਕਦੀ ਦੇਖਿਆ ਕਿ ਬਟਾਲਾ ਦੀ ਜਨਤਾ ਜਿਹੜੀ ਹੈ, ਜਾਂ ਬਟਾਲਾ ਦੇ ਲੋਕ, ਚਾਹੇ ਇੰਡਸਟਰੀਲਿਸਟ ਹੈ, ਮਜ਼ਦੂਰ ਵਰਗ ਹੈ, ਚਾਹੇ ਬਟਾਲਾ ਦੇ ਸਮਾਜ ਸੇਵੀ ਲੋਕ ਨੇ, ਉਹਨਾਂ ਦੀ ਚਾਹਤ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਲੀਡਰ ਦੇ ਰੂਪ ਦੇ ਵਿੱਚ? ਉਹ ਕੀ ਚਾਹੁੰਦੇ? ਦੇਖੋ, ਮੈਂ ਇੱਕ ਜਿਹੜੀ ਇਹਦੇ ਜੁਆਇਨਿੰਗ ਉੱਤੇ ਇੱਕ ਆਪਣੀ ਫੀਲਿੰਗ ਸ਼ੇਅਰ ਕੀਤੀ ਸੀ ਤੁਹਾਡੇ ਨਾਲ, ਤੇ ਉਹ ਸੱਚ ਸਾਬਤ ਹੋਈ। ਮੈਂ ਦੂਜੀ ਫੀਲਿੰਗ ਵੀ ਸ਼ੇਅਰ ਕਰਨੀ ਚਾਹੁੰਦਾ ਤੁਹਾਡੇ ਨਾਲ। ਬਟਾਲੇ ਸ਼ਹਿਰ ਦੇ ਸਾਰੇ ਭਰਾ ਮੇਰੇ, ਚਾਹੇ ਇੰਡਸਟਰੀਅਲਿਸਟ ਨੇ, ਚਾਹੇ ਸ਼ਾਪਕੀਪਰ ਨੇ, ਚਾਹੇ ਪਿੰਡਾਂ ਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਮੇਰੇ ਪ੍ਰਤੀ ਇੱਕ ਆਸ ਹੈ, ਔਰ ਉਹਦੇ ਵਿੱਚੋਂ ਮੈਨੂੰ ਉਹਨਾਂ ਦੀ ਜਿਹੜੀ ਪਿਆਰ ਦੀ ਜਾਂ ਉਹਨਾਂ ਦੀ ਮੇਰੇ ਵੱਲ ਜਿਹੜਾ ਝੁਕਾਓ ਹੈ, ਜਾਂ ਉਹਨਾਂ ਦੀ ਮੈਂ ਕਹਾਂ ਕਿ ਮੈਨੂੰ ਸਪੋਰਟ ਕਰਕੇ ਉਹਨਾਂ ਨੂੰ ਲੀਡ ਕਰਨ ਦੀ ਜਿਹੜੀ ਉਹਨਾਂ ਦੀ ਇੱਛਾ ਉਹ ਮੈਨੂੰ ਜ਼ਰੂਰ ਫੀਲ ਹੁੰਦੀ ਪਈ ਹੈ। ਤੇ ਮੈਂ ਸਮਝਦਾ ਕਿ ਬਟਾਲਾ ਸ਼ਹਿਰ ਦੀ ਨੁਮਾਇੰਦਗੀ ਅਗਰ ਮੈਨੂੰ ਮਿਲਦੀ ਹੈ ਤੇ ਮੈਂ ਉਹਨਾਂ ਸਾਰਿਆਂ ਦੀ ਇੱਛਾਵਾਂ ਦਾ ਜਿਹੜਾ ਵਾ ਉਹਨਾਂ ਨੂੰ ਲੈਟ ਡਾਊਨ ਨਹੀਂ ਕਰਾਂਗਾ। ਇਹ ਮੇਰੀ ਕ੍ਰੈਡੈਂਸ਼ੀਅਲਸ ਨੇ, ਮੇਰੇ 40 ਸਾਲ ਦੇ ਜਿਹੜੇ ਮੈਂ ਇਸ ਸ਼ਹਿਰ ਦੇ ਨਾਲ ਵਿਚ ਰਿਹਾ ਆਪਣੀ ਹੋਸ਼ ਤੋਂ, ਆਪਣੀ ਯੂਥ ਤੋਂ ਲੈ ਕੇ, ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਸ਼ਹਿਰ ਦਾ ਕਿ ਮੈਂ ਉਹਨੂੰ ਕਿਤੇ ਕਿਸੇ ਲੈਵਲ ਤੇ ਲੈਟ ਡਾਊਨ ਕੀਤਾ ਹੋਵੇ। ਤਾਂ ਉਹਨਾਂ ਨੂੰ ਮੇਰੀ ਕਹੀ ਹੋਈ ਹਰ ਗੱਲ ਤੇ ਵਿਸ਼ਵਾਸ ਹੈ, ਔਰ ਮੇਰੀ ਉਹ ਇਸ ਗੱਲ ਤੇ ਵੀ ਉਹ ਵਿਸ਼ਵਾਸ ਕਰਦੇ ਨੇ। ਹਾਈ ਕਮਾਂਡ ਵੱਲੋਂ ਕੀ ਇਸ਼ਾਰਾ ਹੈ? ਹਾਈ ਕਮਾਂਡ ਜਿਹੜੀ ਹੈ ਉਹਨਾਂ ਨੇ ਵਿਨੇਬਿਲਿਟੀ ਕ੍ਰਾਈਟੇਰੀਆ ਦੇ ਕੇ ਟਿਕਟ ਦੇਣੀ ਹੈ। ਉਹਨਾਂ ਦੇ ਆਪਣੇ ਸਰਵੇ ਹੋ ਰਹੇ ਨੇ, ਉਸ ਸਰਵੇ ਦੇ ਵਿੱਚ ਜੇ ਮੈਨੂੰ ਲੋਕੀ ਇੰਨਾ ਪਿਆਰ ਦੇ ਰਹੇ ਨੇ ਜਾਂ ਮੈਨੂੰ ਆਪਣੀ ਫੀਲਿੰਗਸ ਕਨਵੇ ਕਰਦੇ ਪਏ ਨੇ, ਇਹ ਚੀਜ਼ ਜਿਹੜੀ ਉਹਨਾਂ ਤੱਕ ਵੀ ਜਾਣੀ ਹਾਈ ਕਮਾਂਡ ਨੇ। ਤੇ ਜੇ ਪਾਰਟੀ ਸਮਝੇਗੀ ਕਿ ਮੈਂ ਇਸ ਇਲਾਕੇ ਦੀ ਬੈਟਰ ਸੇਵਾ ਕਰ ਸਕਦਾ, ਮੈਨੂੰ ਜ਼ਰੂਰ ਮੌਕਾ ਦੇਗੀ। ਤੋ ਇੰਦਰ ਜੀ, ਅਸੀਂ ਇਸ ਗੱਲ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ, ਅਸੀਂ ਆਪਣੇ ਲੈਵਲ 'ਤੇ ਬਟਾਲਾ ਔਰ ਇਸ ਦੇ ਆਸ-ਪਾਸ ਪਿੰਡਾਂ ਦੇ ਵਿੱਚ ਸਰਵੇ ਜ਼ਰੂਰ ਕੀਤਾ, ਪੁੱਛੇ, ਲੋਕਾਂ ਦੀ ਪਸੰਦ ਵੀ ਪੁੱਛੀ, ਪਰ ਤੁਹਾਨੂੰ ਮੁਬਾਰਕ ਕਿ ਜਨਤਾ ਨੇ
ਤੁਹਾਡੇ ਨਾਂ ਤੇ ਮੋਹਰ ਲਗਾਈ ਹੈ। ਕਾਫੀ ਲੋਕਾਂ ਨੇ ਇਸ ਗੱਲ ਤੇ ਆਸ ਜਤਾਈ ਹੈ ਕਿ ਹਾਂ ਇੰਦਰ ਸੇਖੜੀ ਨੂੰ ਮੌਕਾ ਮਿਲਣਾ ਚਾਹੀਦਾ। ਮੈਂ ਤਾਂ ਤੁਹਾਨੂੰ ਦੱਸਿਆ, ਮੇਰਾ ਜਿਹੜਾ ਲੋਕਾਂ ਨਾਲ ਇੰਟਰੈਕਸ਼ਨ ਹੈ, ਮੈਂ ਸ਼ਹਿਰ 'ਚ ਬੈਠਾ ਔਰ ਮੇਰਾ ਖਿਆਲ ਜਦੋਂ ਦਾ ਮੋਬਾਈਲ ਲਾਂਚ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ ਟੈਲੀਫੋਨ ਨੰਬਰ ਵੀ ਸੇਮ ਹੈ ਔਰ 365 ਦਿਨ ਸਾਲ ਦੇ ਹੁੰਦੇ ਆ, 24 ਘੰਟੇ ਮੇਰਾ ਫੋਨ ਆਨ ਹੁੰਦਾ। ਮੇਰਾ ਕੋਈ ਯਾਰ ਦੋਸਤ, ਕੋਈ ਮੇਰਾ ਰਿਸ਼ਤੇਦਾਰ, ਕਦੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ, ਜੇ ਰਾਤ 2 ਵਜੇ ਵੀ ਉਹਦੀ ਕਾਲ ਆਏ ਤਾਂ ਮੈਂ ਕਦੀ ਉਹਨੂੰ ਡਿਕਲਾਈਨ ਨਹੀਂ ਕੀਤਾ। ਮੈਂ ਜਿੰਨੇ ਜੋਗਾ ਮੈਂ ਉਹਦੇ ਵਾਸਤੇ ਖੜਾ ਹੋ ਗਿਆ। ਅੱਛਾ ਜੀ, 2022 ਦੇ ਵਿੱਚ ਬਟਾਲਾ ਤੋਂ ਜਿਹੜੇ ਅਕਾਲੀ ਦਲ ਵੱਲੋਂ ਗੱਲ ਕਰੀਏ ਔਰ ਜੇ ਕਾਂਗਰਸ ਪਾਰਟੀ ਵੱਲੋਂ ਗੱਲ ਕਰੀਏ, ਸੇਖੜੀ ਵਸਾ ਸੇਖੜੀ ਹੋਏਗਾ? ਮੈਨੂੰ ਤਾਂ ਇਹ ਪਤਾ, ਮੈਨੂੰ ਅਕਾਲੀ ਦਲ ਵੱਲੋਂ ਸੀਟ ਮਿਲਦੀ ਹੈ ਤੇ ਮੈਂ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗਾ ਔਰ ਮੈਂ ਚਾਹੁੰਦਾ ਕਿ ਸਾਡੇ ਪ੍ਰਧਾਨ ਜੀ ਸੁਖਬੀਰ ਬਾਦਲ ਜੀ ਜਿਹੜੇ ਉਹ ਚੀਫ ਮਿਨਿਸਟਰ ਬਣਨ ਔਰ ਮੈਂ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਸਟੇਟ ਵਾਸਤੇ ਵਿਜ਼ਨ ਹੈ, ਮੇਰੀ ਬਟਾਲੇ ਵਾਸਤੇ ਵਿਜ਼ਨ ਹੈ, ਬਿਕੋਜ਼ ਮੇਰਾ ਏਰੀਆ ਬਟਾਲਾ ਹੈ ਤੇ ਉਹਨਾਂ ਨੇ ਸਟੇਟ ਦੀ ਗੱਲ ਕਰਨੀ ਹੈ, ਮੈਂ ਆਪਣੇ ਬਟਾਲੇ ਵਾਸਤੇ ਸਾਰੇ ਹੱਕ ਹਕੂਕ ਮੈਂ ਆਪਣੇ ਬਟਾਲੇ ਲਿਆ ਕੇ ਦੇਣੇ ਔਰ ਇਸ ਸ਼ਹਿਰ ਨੂੰ ਇੰਡਸਟਰੀਲਾਈਜੇਸ਼ਨ ਵੀ ਕਰਵਾ ਕੇ ਦੇਣੀ ਹੈ, ਇਸ ਸ਼ਹਿਰ ਦਾ ਇਨਫਰਾਸਟ੍ਰਕਚਰ ਵੀ ਬੈਟਰ ਕਰਨਾ, ਇਸ ਸ਼ਹਿਰ ਨੂੰ ਮਾਡਰਨ ਸ਼ਹਿਰ ਵੀ ਬਣਾਉਣਾ। ਜੀ ਬਿਲਕੁਲ। ਤੋਂ ਇੰਦਰ ਜੀ, ਆਖਰੀ ਦੇ ਵਿੱਚ ਤੁਹਾਡੇ ਤੋਂ ਸਵਾਲ ਲੈ ਰਹੇ ਹਾਂ ਕਿ ਅਸ਼ਵਨੀ ਸੇਖੜੀ ਪੂਰੇ 11 ਦਿਨ ਹੋ ਚੱਲੇ ਨੇ, ਥੋੜੇ ਨਹੀਂ ਹੁੰਦੇ 11 ਦਿਨ। ਜਿਵੇਂ 28 ਤਰੀਕ ਸੀ ਤੇ ਪਤਾ ਚੱਲਿਆ ਸੀ ਕਿ ਇੱਕ ਚੇਅਰਮੈਨੀ ਦੇ ਉੱਤੇ ਸਾਈਨ ਹੋ ਗਏ ਨੇ ਜੀ, ਚੇਅਰਮੈਨੀ ਆ ਰਹੀ ਹੈ, ਇਹ ਵੀ ਪਤਾ ਚੱਲਿਆ, ਹਵਾ ਉੱਠੀ। ਫਿਰ ਉਹਦੇ ਬਾਅਦ ਬਹੁਤ ਹਵਾਵਾਂ ਚੱਲੀਆਂ ਕਿ ਉਹ ਜੀ ਕਿਸੇ ਮਿਨਿਸਟਰ ਨੂੰ ਵੀ ਕਾਲ ਹੋ ਗਈ ਹੈ, ਹੁਣ ਦਖਲਅੰਦਾਜ਼ੀ ਬੰਦ ਹੋ ਗਈ। ਇਹ ਵੀ ਪਤਾ ਚੱਲਿਆ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਾਲ ਖੜ ਗਈਆਂ, ਫੋਨ ਖੜ ਗਏ ਨੇ। ਹੁਣ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਓਕੇ ਹੋ ਚੁੱਕੀਆਂ ਨੇ, ਹੁਣ ਬਸ ਵੈਲਕਮ ਦੀ ਤਿਆਰੀ ਰਹਿ ਗਈ ਹੈ। ਔਰ ਇੱਥੋਂ ਤੱਕ ਗੱਲਬਾਤ ਚੱਲੀ ਸੀ ਕਿ ਹਾਂ ਵੀ ਉਹਨਾਂ ਨੇ ਬਸ ਆਉਣਾ ਹੈ ਔਰ ਅਫਸਰ ਜਿਹੜੇ ਨੇ ਕੋਠੀ ਦੇ ਅੱਗੇ ਖੜੇ ਹੋਣ, ਕਿਉਂਕਿ ਕੁਛ ਇਸ ਤਰ੍ਹਾਂ ਦੀਆਂ ਚਰਚਾਵਾਂ ਦੀ ਨਾ ਜ਼ੋਰ ਫੜ ਲਿਆ ਸੀ। ਅੱਜ 11 ਦਿਨ ਹੋ ਗਏ, ਬਟਾਲੇ ਦੇ ਵਿੱਚ ਐਸਾ ਕੁਝ ਵੀ ਦਿਖਾਈ ਨਹੀਂ ਦਿੱਤਾ ਔਰ ਅਸ਼ਵਨੀ ਸੇਖੜੀ ਵੱਲੋਂ ਇੱਕ ਵੀ ਬਿਆਨ ਇੱਦਾਂ ਦਾ ਨਹੀਂ ਆਇਆ, ਉਹਦੇ ਸਪੋਰਟਰਾਂ ਵੱਲੋਂ ਵੀ ਇੱਕ ਵੀ ਬਿਆਨ ਐਸਾ ਨਹੀਂ ਆਇਆ ਕਿ ਕਾਂਗਰਸ ਪਾਰਟੀ ਵੱਲੋਂ ਕੋਈ ਬਹੁਤ ਵੱਡਾ ਗੱਫਾ ਦੇ ਦਿੱਤਾ ਗਿਆ ਹੋਵੇ, ਜ਼ਿੰਮੇਵਾਰੀ ਦੇ ਦਿੱਤੀ ਗਈ ਹੋਵੇ ਜਾਂ ਫਿਰ 2022 ਦੇ ਲਈ ਕਿਸੇ ਟਿਕਟ ਵਾਸਤੇ ਇਹ ਐਂ ਹੀ ਕਰ ਦਿੱਤਾ ਹੋਵੇ, ਕੋਈ ਇਸ਼ਾਰਾ ਹੀ ਦੇ ਦਿੱਤਾ ਹੋਵੇ। ਕਿਉਂਕਿ ਜੇ ਕਿਤੇ ਟਿਕਟ ਵਾਸਤੇ ਵੀ ਇਸ਼ਾਰਾ ਹੋ ਗਿਆ ਹੁੰਦਾ ਤਾਂ ਹੁਣ ਨੂੰ ਬਟਾਲਾ ਬੋਰਡ ਜਿਹੜੇ ਸੀਗੇ ਨਾ, ਬਟਾਲਾ ਸ਼ਹਿਰ ਤੇ ਉਹ ਫਲੈਕਸਾਂ ਨਾਲ ਭਰ ਦਿੱਤਾ ਜਾਣਾ ਹੈ। ਦੇਖੋ, ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਬਿੱਟੂ ਜੀ, ਇਹ ਤੇ ਰਿਫਲੈਕਟ ਕਰਦਾ ਕਿ ਤਾਲਿਬਾਨੀ ਸੋਚ ਤੇ ਇੱਧਰਲੇ ਪਾਸੇ ਹੈ। ਮੈਂ ਤਾਂ ਤੁਹਾਨੂੰ ਪਹਿਲੇ ਕਿਹਾ, ਡੈਮੋਕ੍ਰੇਸੀ ਦੇ ਵਿੱਚ ਲੋਕ ਸੇਵਾ ਦਾ ਕੰਮ ਹੈ। ਠੀਕ ਹੈ। ਸਾਡੇ ਸਰਵਾ ਪ੍ਰਧਾਨ ਜੀ ਦੇ ਫਾਦਰ ਸਾਹਿਬ, ਸਾਡੇ ਵੱਡੇ ਬਾਦਲ ਸਾਹਿਬ ਜਿਹੜੇ ਨੇ, ਉਹਨਾਂ ਨੇ ਬੜਾ ਅੱਛਾ ਨਾਰਾ, ਜਿਹਨੂੰ ਮੈਂ ਐਪਰੀਸ਼ੀਏਟ ਕਰਦਾ ਦਿਲੋਂ, ਰਾਜ ਨਹੀਂ ਸੇਵਾ, ਉਹ ਦਿੱਤਾ ਹੈ ਤੇ ਅਸੀਂ ਉਸੇ ਲੀਗ ਦੇ ਉੱਤੇ ਕੰਮ ਕਰਨਾ। ਅਸੀਂ ਇਸ ਪਾਸੇ ਨਹੀਂ ਤੁਰਨਾ ਕਿ ਇੱਥੇ ਅਫਸਰਾਂ ਦੀਆਂ ਲਾਈਨਾਂ ਲੱਗ ਜਾਣਗੀਆਂ ਤੇ ਇੱਥੇ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਨਾਲ ਬੇਇਨਸਾਫੀ ਹੋਏਗੀ ਜਾਂ ਕਿਸੇ ਦੇ ਕਹਿਣ ਤੇ ਇਨਸਾਫ ਹੋਏਗਾ। ਇਨਸਾਫ ਨੇ ਆਪਣਾ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਆਪਣਾ ਕੰਮ ਕਰੇਗੀ। ਅਸੀਂ ਜਿਹੜਾ ਸਹੀ ਲੋਕਾਂ ਦਾ ਲੋਕ ਰਾਜ ਹੁੰਦਾ ਉਹਦੀ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਕਰਾਂਗੇ। इंद्र जी कितने इस तरह तो नहीं होया कि हमें तो अपनों ने लूटा, गैरों में कहाँ दम था? ਨਹੀਂ ਕਿ ਐਸੀ ਕਿਤੇ ਮੈਨੂੰ ਨਹੀਂ ਸਮਝ ਲੱਗਦੀ। ਮੈਂ ਆਪਣੇ ਆਪ ਨੂੰ ਜਦੋਂ ਤਾਂ ਮੈਂ ਪ੍ਰੋਬਬਲੀ ਇੱਕ ਗੱਲ ਹੁੰਦੀ ਹੈ ਜਿਹੜੀ ਖੁੱਲ ਕੇ ਸਾਹਮਣੇ ਹੋਣਾ ਆਉਂਦੀ, ਮੈਂ ਤੇ 2011-12 ਤੋਂ ਮੈਂ ਅਸ਼ਵਨੀ ਨਾਲੋਂ ਆਪਣੇ ਆਪ ਨੂੰ ਡਿਸਐਸੋਸੀਏਟ ਕੀਤਾ। ਉਹਦੇ ਕਿਸੇ ਕੰਮ ਦੇ ਵਿੱਚ ਮੈਂ ਉਹਦੀ ਸਪੋਰਟ ਨਹੀਂ ਕੀਤੀ ਔਰ ਮੈਂ ਬੜਾ ਵੋਕਲੀ ਔਰ ਸਟਰੋਂਗਲੀ ਕਹਿੰਦਾ ਸੀ ਕਿ ਮੈਂ ਉਹਦੇ ਗਲਤ ਕੰਮਾਂ ਦੀ ਮੈਂ ਸਪੋਰਟ ਨਹੀਂ ਕਰਨੀ, ਨਾ ਕੀਤੀ ਹੈ ਨਾ ਗਾਂ ਕਰਨੀ। ਠੀਕ ਹੈ। ਤੋ ਆਖਰੀ ਦੇ ਵਿੱਚ ਮੈਂ ਫਿਰ ਗੱਲ ਉਹਨਾਂ ਤੋਂ ਸ਼ੁਰੂ ਕੀਤੀ ਸੀ, ਅਸ਼ਵਨੀ ਸੇਖੜੀ ਤੋਂ, ਉਹਨਾਂ ਤੇ ਹੀ ਖਤਮ ਕਰਾਂਗਾ। 11 ਦਿਨ ਬੀਤ ਗਏ ਹੈ। ਮੈਂ ਸਿਰ ਤੁਹਾਡੇ ਦਿਲ ਦੀ ਆਵਾਜ਼, ਕਿਉਂਕਿ ਅੱਗੇ ਤੁਸੀਂ ਅਕਾਲੀ ਦਲ ਵਾਰੀ ਕਹਿਤਾ ਸੀ ਵੀ ਨਹੀਂ ਬਈ ਉਹਨਾਂ ਨੇ ਨਹੀਂ ਆਣਾ, ਇਹ ਖੇਡਾਂ ਹੋ ਰਹੀਆਂ, ਉੱਦਾਂ ਸਾਬਤ ਹੋ ਗਈਆਂ। ਹੁਣ ਤੁਹਾਨੂੰ ਕੀ ਲੱਗਦਾ ਕਾਂਗਰਸ ਪਾਰਟੀ ਕੀ ਦੇਗੀ ਅਸ਼ਵਨੀ ਸੇਖੜੀ ਨੂੰ? ਅਸ਼ਵਨੀ ਸੇਖੜੀ ਨੂੰ ਟਿਕਟ ਦੇਗੀ ਔਰ ਅਸੀਂ ਸੀਟ ਜਿੱਤਾਂਗੇ, ਅਕਾਲੀ ਦਲ ਸੀਟ ਜਿੱਤੇਗਾ। ਠੀਕ ਹੈ ਜੀ, ਠੀਕ ਹੈ। ਅਸ਼ਵਨੀ ਸੇਖੜੀ ਨੂੰ ਮਿਲੇਗੀ ਕਾਂਗਰਸ ਟਿਕਟ ਮਿਲੇਗੀ ਅਸ਼ਵਨੀ ਸੇਖੜੀ। ਠੀਕ ਹੈ, ਪੱਕੀ ਗੱਲ ਮੈਂ ਤਾਂ ਕਹਿ ਤੁਸੀਂ ਟਿਕਟ ਗਿਆ ਕਿ ਮੈਂ ਹੋਰ ਕੋਈ ਟਿਕਟ ਸਾਹਮਣੇ ਬੈਠਾ? ਨਹੀਂ, ਕਿਹੜੀ ਟਿਕਟ ਚਾਹੀਦੀ ਹੋਰ? ਟਿਕਟਾਂ ਬੜੀਆਂ ਨੇ। ਨਹੀਂ, ਤੂੰ ਆਪਣੇ ਲੈਵਲ ਤੇ ਜਿਹੜੀ ਮਰਜ਼ੀ ਦੇ ਰਿਹਾ ਟਿਕਟ। ਚਲੋ ਮੇਰੇ ਵੱਲੋਂ ਤੁਸੀਂ ਟਿਕਟ ਦੀ ਗੱਲ ਕਹੀ ਹੈ, ਮੈਂ ਟਿਕਟ ਤੁਹਾਨੂੰ ਦੱਸਦਾ, ਕਾਂਗਰਸ ਪਾਰਟੀ ਦੀ ਟਿਕਟ ਜਿਹੜੀ ਹੈ ਉਹ ਅਸ਼ਵਨੀ ਸੇਖੜੀ ਲਿਆਊਗਾ ਔਰ ਅਕਾਲੀ ਦਲ ਜਿਹੜਾ ਵਾ ਮੌਕਾ ਦੇਗਾ ਮੈਨੂੰ, ਤਾਂ ਮੈਂ ਸੀਟ ਜਿਹੜੀ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ ਔਰ ਅਸੀਂ ਪ੍ਰਧਾਨ ਜੀ ਆਪਣੇ ਸਾਡੇ ਸੁਖਬੀਰ ਬਾਦਲ ਜੀ ਨੂੰ ਚੀਫ ਮਿਨਿਸਟਰ ਬਣਾਵਾਂਗੇ। ਜੀ ਬਿਲਕੁਲ ਬਿਲਕੁਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਇੰਦਰ ਸੇਖੜੀ ਜੀ।
ਸੋ ਹਿੰਦਰ ਸੇਖੜੀ ਜੀ ਦੇ ਮੁਤਾਬਕ ਹੈ ਕਿ ਜੋ ਬਟਾਲੇ ਦੀ ਜਨਤਾ ਜਿਸ ਭਰੋਸੇ ਤੇ ਜਿਸ ਉਮੀਦ ਦੇ ਨਾਲ ਜਿਸ ਆਸ ਦੇ ਨਾਲ 2022 ਵੱਲ ਨੂੰ ਤੱਕ ਰਹੀ ਹੈ ਔਰ ਉਹਨਾਂ ਨੇ ਜਿਸ ਚਿਹਰੇ ਦੀ ਤਸਵੀਰ ਆਪਣੇ ਦਿਮਾਗ ਦੇ ਵਿੱਚ ਉਤਾਰੀ ਹੋਈ ਹੈ ਉਸ ਤਸਵੀਰ ਨੂੰ ਅਗਰ ਹਾਈ ਕਮਾਂਡ ਨੇ ਇਸ਼ਾਰਾ ਕਰ ਦਿੱਤਾ ਤਾਂ ਉਹ ਬਟਾਲਾ ਵਾਸੀ ਨੇ ਜਿਹੜੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਦਿਨ ਰਾਤ ਲਗਾ ਦੇਣਗੇ। ਇਹ ਕਹਿਣਾ ਇੰਦਰ ਸੇਖੜੀ ਦਾ। ਔਰ ਨਾਲ ਦੀ ਨਾਲ ਗੱਲ ਜ਼ਰੂਰ ਹੈਗੀ ਹੈ ਕਿ ਅਸ਼ਵਨੀ ਸੇਖੜੀ ਜਿਨ੍ਹਾਂ ਦਾ ਬਹੁਤ ਕੁਝ ਦਾਅ 'ਤੇ ਲੱਗ ਚੁੱਕਾ ਹੈ, ਬਟਾਲੇ ਦੀ ਜਨਤਾ ਵੀ ਇਹ ਦੇਖਣਾ ਚਾਹ ਰਹੀ ਹੈ ਕਿ ਜਿਸ ਚਿਹਰੇ ਨੇ ਪੂਰੇ ਪੰਜਾਬ ਦੇ ਵਿੱਚ ਹਿੰਦੂ ਵਿਵਾਦ ਖੜਾ ਕਰ ਲਿਆ, ਹਿੰਦੂ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਦਰਾੜ ਜੀ ਬਣਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਔਰ ਹਿੰਦੂ ਲੀਡਰਸ਼ਿਪ ਦੀ ਇਹ ਕਹਿਣਾ ਕਿ ਪੁੱਛਗਿੱਛ ਨਹੀਂ ਹੈ, ਉਹਦੇ ਨਾਲ ਦਲਿਤ ਸਮਾਜ ਵੀ ਖੜਾ ਹੋ ਗਿਆ। ਸੋ ਕਾਂਗਰਸ ਪਾਰਟੀ ਜਿਹੜੀ ਧਰਮ ਨਿਰਪੱਖ ਪਾਰਟੀ ਸੀ ਉਸ ਪਾਰਟੀ ਦੇ ਵਿੱਚ ਵੀ ਐਸੇ ਵਿਵਾਦ ਉੱਠਣੇ ਖਤਰੇ ਦੀ ਘੰਟੀ ਹੈ ਔਰ ਇਹ ਖਤਰੇ ਦੀ ਘੰਟੀ ਵਜਾਈ ਜਿਹੜੀ ਹੈ ਸ਼ੁਰੂਆਤ ਜਿਹੜੀ ਕੀਤੀ ਹੈ ਉਹ ਕਰ ਦਿੱਤੀ ਸੀ ਅਸ਼ਵਨੀ ਸੇਖੜੀ ਨੇ। ਪਰ 11 ਦਿਨ ਬੀਤ ਗਏ ਨੇ ਔਰ ਅਸ਼ਵਨੀ ਸੇਖੜੀ ਦੇ ਅਜੇ ਕਹੀਏ ਤਾਂ ਖਜ਼ਾਨੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਐਸੀ ਉਪਲਬਧੀ ਜਿਹੜੀ ਹੈ ਨਹੀਂ ਪਈ। ਨਾ ਹੀ ਅਸ਼ਵਨੀ ਸੇਖੜੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਅਹੁਦਾ ਦਿੱਤਾ ਜਾ ਰਿਹਾ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਐਲਾਨ ਹੋਇਆ। ਫੋਟੋਆਂ ਜ਼ਰੂਰ ਆਈਆਂ ਨੇ ਔਰ ਉਹਨਾਂ ਫੋਟੋਆਂ ਦੇ ਨਾਲ ਹੀ ਜਿਹੜਾ ਸਾਹ ਪ੍ਰਾਣ ਜਿਹੜੇ ਨੇ ਹਰ ਇੱਕ ਦੇ ਵੋਟਰਾਂ ਸਪੋਰਟਰਾਂ ਦੇ ਚੱਲ ਰਹੇ ਨੇ। ਸੋ ਜਿਨ੍ਹਾਂ ਨੇ ਪਿੱਛੇ ਜੇ ਕਮੈਂਟਾਂ ਦੇ ਵਿੱਚ ਬੜੇ ਤਿੱਖੇ ਤਿੱਖੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਵੀ ਹੁਣ ਤੇ ਬਈ ਆਪਣੀ ਵੇਖਿਓ ਕੀ ਹਿਸਾਬ ਕਰਦੇ ਤੇ ਕਿੱਦਾਂ ਹਿਸਾਬ ਲੈਣੇ, ਇਹੋ ਜਿਹੇ ਵੀ ਕਮੈਂਟ ਸ਼ੁਰੂ ਕਰ ਦਿੱਤੇ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਫੇਸਬੁੱਕ ਦੇ ਉੱਤੇ ਵੀ ਕਮੈਂਟ ਆਉਣੇ ਬੰਦ ਹੋ ਗਏ ਨੇ। ਸੋ ਕਿਤੇ ਨਾ ਕਿਤੇ ਇੰਤਜ਼ਾਰ ਹੈ ਹਰ ਇੱਕ ਨੂੰ ਕਿ ਅਸ਼ਵਨੀ ਸੇਖੜੀ ਲੈ ਕੇ ਕੀ ਆਉਂਦੇ ਨੇ, ਉਹਨਾਂ ਨੂੰ ਮਿਲਦਾ ਕੀ ਹੈ, ਕਿ 2022 ਦੇ ਵਿੱਚ ਵਾਕਿਆ ਹੀ ਉਹਨਾਂ ਨੂੰ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ। ਹਾਂ, ਕਹਿੰਦੇ ਨੇ ਕਿ ਇੱਕ ਵਾਰੀ ਇੱਕ ਮੌਕਾ ਹੁੰਦਾ ਹੈ। ਮੌਕਾ ਜਿਹੜਾ ਸੀਗਾ ਜਿਸ ਤਰੀਕੇ ਨਾਲ ਉਹਨਾਂ ਦੇ ਭਰਾਤਾ ਇੰਦਰ ਸੇਖੜੀ ਹੋਣਾ ਨੇ ਇਹ ਦਾਅਵਾ ਕਰ ਦਿੱਤਾ ਸੀ ਪਹਿਲੇ ਕਿ ਅਸ਼ਵਨੀ ਸੇਖੜੀ ਮੀਡੀਆ ਟ੍ਰਾਇਲ ਦੇ ਜ਼ਰੀਏ ਆਪਣਾ ਸੁਨੇਹਾ ਕਾਂਗਰਸ ਹਾਈ ਕਮਾਂਡ ਤੱਕ ਕੈਪਟਨ ਅਮਰਿੰਦਰ ਤੱਕ ਪਹੁੰਚਾਉਣ 'ਚ ਕਾਮਯਾਬ ਤੇ ਹੋ ਗਏ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਇਹ ਦਾਅਵਾ ਸੀ ਪਹਿਲੇ ਹੀ 28 ਤਰੀਕ ਤੋਂ ਪਹਿਲੇ ਹੀ ਕਿ ਕਿਸੇ ਵੀ ਕੀਮਤ 'ਤੇ ਅਸ਼ਵਨੀ ਸੇਖੜੀ ਅਕਾਲੀ ਦਲ ਜੁਆਇਨ ਨਹੀਂ ਕਰੇਗਾ, ਕਿਉਂਕਿ ਇਹ ਉਹਨਾਂ ਦੀ ਰਗ ਨੂੰ ਵਾਕਫ ਸੀ, ਰਗ ਤੋਂ ਵਾਕਫ ਸੀ। ਸੋ ਇਹਨਾਂ ਨੂੰ ਇਹੀ ਲੱਗਾ ਸੀ ਔਰ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਕਾਲੀ ਦਲ ਦੇ ਨਾਲ ਖੇਡ ਖੇਡੀ ਜਾ ਰਹੀ ਹੈ ਔਰ ਇਹ ਕहीं पे निगाहें तो कहीं पे निशाना किते होर ते ला बैठे ने। अकाली दल देखता रह गया। आने वाले दिनों दे विच की होएगा ये तो हुण पता नहीं। मैं चीज़ मैं बिट्टू जी कहना चाहना, जिहड़ी झूठ हुंदा है ना ਜਦੋਂ ਉਹਨੂੰ ਫਲੋਰਲ ਰੂਪ ਦੇ ਕੇ ਦਿਖਾਇਆ ਜਾਏ ਨਾ तो ਚੰਗੇ ਬੰਦੇ ਜਿਹੜੇ ਆ ਨਾ ਉਹਨਾਂ ਦੇ ਉੱਤੇ ਭੁਲੇਖਾ ਪੈ ਜਾਂਦਾ। ਤੇ ਇਹ ਜਿਹੜਾ ਅਸ਼ਵਨੀ ਸੇਖੜੀ ਦਾ ਝੂਠ ਸੀ ਕਿ ਮੈਂ ਅਕਾਲੀ ਦਲ 'ਚ ਜੁਆਇਨ ਕਰਨਾ, ਇਹਨੇ ਜਿਸ ਤਰ੍ਹਾਂ ਉੱਥੇ ਸਾਡੀ ਲੀਡਰਸ਼ਿਪ ਨੂੰ ਜਾ ਕੇ ਪ੍ਰੈਜ਼ੈਂਟ ਕੀਤਾ ਆਪਣਾ ਕੇਸ ਕਿ ਤੇ ਕੋਈ ਵੀ ਬੰਦਾ, ਅਸੀਂ ਕਲਯੁਗ 'ਚ ਬੈਠੇ ਹਾਂ, ਸਤਯੁਗ ਨਹੀਂ ਹੈ, ਤੇ ਕੋਈ ਵੀ ਬੰਦਾ ਉੱਥੇ ਲੀਡਰਸ਼ਿਪ 'ਚ ਬੈਠਾ ਹੁੰਦਾ ਉਹ ਭੁਲੇਖੇ 'ਚ ਪੈ ਹੀ ਜਾਣਾ ਸੀ। ਇਹ ਭੁਲੇਖਾ ਹੀ ਪਿਆ ਵਾ। ਬਾਕੀ ਇਹ ਜਿਹੜੀ ਗੱਲ ਵਾ ਇਹਨੂੰ ਬੰਦੇ ਨੂੰ ਨਾਪਣਾ ਜਿਹੜਾ ਵਾ ਮੈਨੂੰ ਚੰਗੀ ਤਰ੍ਹਾਂ ਆਉਂਦਾ, ਅਸੀਂ ਇਹਨੂੰ ਸਾਂਭ ਲਵਾਂਗੇ। ਉਹ ਸਾਡੀ ਜਿਹੜੀ ਪਾਰਟੀ ਹੈ ਇਹਨੇ ਸਾਡੀ ਪਾਰਟੀ ਦਾ ਇੱਕ ਵਾਰੀ ਇਹਨੇ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਸਾਡੇ ਸਿਰ ਤੇ ਕੋਈ ਅਸਰ ਨਹੀਂ ਹੈ। ਸਾਡੀ ਪਾਰਟੀ ਸਟਰੋਂਗ ਹੈ। ਇੰਦਰ ਜੀ ਮੈਂ ਸਿੰਪਲ ਜੀ ਗੱਲ ਕਹਾਂ, ਕਹਿੰਦੇ ਨਹੀਂ ਜੇ ਗੱਲਾਂ ਦਾ ਕੜਾਹ ਬਣਾਉਣਾ ਹੋਵੇ ਤਾਂ ਫਿਰ ਕਹਿੰਦੇ ਮਿੱਠਾ ਤੇ ਘਿਓ ਘੱਟ ਕੇ ਪਾਉਣਾ, ਬਣਾਉਣਾ ਤੇ ਗੱਲਾਂ ਦਾ ਕੜਾਹ ਹੀ ਸੀ। ਨਹੀਂ ਪਰ ਮੈਨੂੰ ਦੱਸੋ ਤੁਸੀਂ, ਜੇ ਗੱਲਾਂ ਦੇ ਕੜਾਹ ਬੰਨੇ ਹੁੰਦੇ ਤੇ ਫਿਰ 70 ਸਾਲ ਜਿਸ ਪਾਰਟੀ ਨੇ ਰਾਜ ਕੀਤਾ ਉਹਨੂੰ ਲੋਕਾਂ ਨੇ ਬਦਲ ਕਿਉਂ ਦਿੱਤਾ? ਪਰ ਜਿੰਨੇ ਗੱਲਾਂ ਦਾ ਕੜਾਹ ਬਣਾ ਕੇ ਦੂਸਰੀ ਪਾਰਟੀ ਨੂੰ ਚੱਕਰਾਂ 'ਚ ਪਾਤਾ, ਹੁਣ ਉਹਨਾਂ ਇਹੀ ਗੱਲ ਕਹੀਏ ਵੀ ਉਹਨਾਂ ਨੇ ਵੀ ਇਹਨੂੰ ਗੱਲਾਂ ਦਾ ਕੜਾਹ ਹੀ ਖਵਾਤਾ ਫਿਰ। ਨਹੀਂ ਪਰ ਮੇਰੀ ਪਾਰਟੀ ਨੇ ਤਾਂ ਕੋਈ ਇੰਸ਼ੋਰੈਂਸ ਦਿੱਤੀ ਹੀ ਨਹੀਂ। ਨਹੀਂ ਤੁਹਾਡੀ ਪਾਰਟੀ ਨੇ ਨਹੀਂ, ਵੇਖੋ ਅਕਾਲੀ ਦਲ ਵਾਸਤੇ ਤੇ ਉਹਨਾਂ ਨੇ ਸ਼ੁਰੂਆਤ ਕਰਤੀ, ਗੱਲਾਂ ਦੀ ਗੱਲਬਾਤ ਹੋਈ, ਗੱਲਾਂ ਦੇ ਨਾਲ ਹੀ ਕਈ ਕੁਝ ਬਣਾਤਾ। ਦੂਸਰੇ ਪਾਸੇ ਹੁਣ ਇਹੀ ਖੇਡ ਕਾਂਗਰਸ ਵੀ ਤੇ ਕਰ ਸਕਦੀ। ਨਹੀਂ ਪਰ ਉਹ ਤੇ ਜਿਹੋ ਜਿਹਾ ਬੰਦਾ ਹੈ ਉਹੋ ਜਿਹੇ ਗਾਂ ਬੰਦੇ ਟੱਕਰਨੇ ਆ। ਚੋਰ ਨੂੰ ਚੋਰ ਟੱਕਰਨਾ, ਸਾਧ ਨੂੰ ਸਾਧ ਟੱਕਰਨਾ, ਸਿੱਧੀ ਗੱਲ ਜੀ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਵਾਕਿਆ ਹੀ ਇਹ ਗੱਲਾਂ ਦਾ ਕੜਾਹ ਸੀ, ਤੇ ਜੇ ਕਿਤੇ ਇੱਕ ਜਣੇ ਨੇ ਗੱਲਾਂ ਦਾ ਕੜਾਹ ਬਣਾ ਲਿਆ ਤੇ ਹੁਣ ਇਹ ਤਾਂ ਨਹੀਂ ਕਿਤੇ ਉਹਨਾਂ ਨੂੰ ਵੀ ਵੈਸੇ ਹੀ ਟੱਕਰ ਗਏ ਹੁਣ ਵੀ ਉਹਨਾਂ ਨੇ ਵੀ ਗੱਲਾਂ ਦਾ ਕੜਾਹ ਹੀ ਬਣਾਇਆ ਹੋਵੇ, ਤੇ ਜੋ ਗੱਲਾਂ ਦਾ ਕੜਾਹ ਬਣਾਉਣਾ ਹੀ ਹੈ ਤੇ ਫਿਰ ਬਈ ਮਿੱਠਾ ਘੱਟ ਕੇ ਪਾਉਣਾ ਤੇ ਫਿਰ ਘਿਓ ਘੱਟ ਕੇ ਪਾਉਣਾ, ਉਹ ਵੀ 2-3 ਪਾ ਹੀ ਦਿਓ। ਸਮਾਂ ਦੱਸੂਗਾ, ਵੇਖਾਂਗੇ। ਅਸੀਂ ਵੀ ਤੁਸੀਂ ਵੀ ਦੇਖਦੇ ਰਹੋ ਅਪਡੇਟ ਔਰ ਵੇਖਦੇ ਰਹੋ ਹੱਕ ਸੱਚ ਦੀ ਆਵਾਜ਼ ਦਾ TV NRI।